ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰੀ ਫੇਰ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਦਾ ਕਿ ਉਹਨਾਂ ਨੇ ਮੌਕਾ ਦਿੱਤਾ ਕਿ ਇੱਕ ਵਾਰੀ ਫੇਰ ਆਪਾਂ ਵਚਨ ਸਾਂਝਾ ਕਰ ਸਕੀਏ। ਆਮੇਨ, ਹਾਲੇਲੂਇਆ। ਇੱਕ ਸਾਹ ਦੇ ਨਾਲ ਆਪਾਂ ਪਰਮੇਸ਼ਵਰ ਦਾ ਹੀ ਧੰਨਵਾਦ ਕਰਦੇ ਹਾਂ ਕਿ ਉਹਦੀ ਹਜ਼ੂਰੀ ਆਪਣੇ ਵਿੱਚ ਬਣੀ ਰਹਿੰਦੀ ਹੈ। ਉਹਦਾ ਧੰਨਵਾਦ ਕਰਦੇ ਹਾਂ ਕਿ ਉਹ ਆਪਾਂ ਨੂੰ ਬੈਕਅਪ ਕਰਦਾ ਆ। ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਕਿਤੇ ਜਾ ਕੇ ਆਪਾਂ ਆਪਣਾ ਮੂੰਹ ਖੋਲਦੇ ਹਾਂ, ਪਰਮੇਸ਼ਵਰ ਦੀ ਅਨੋਇੰਟਿੰਗ, ਪਰਮੇਸ਼ਵਰ ਦਾ ਮਸਾ, ਪਵਿੱਤਰ ਆਤਮਾ ਆਪਣੇ ਨਾਲ ਚੱਲਦਾ ਹੈ। ਆਮੇਨ। ਪਰਮੇਸ਼ਵਰ ਕਹਿੰਦਾ ਹੈ ਤੁਸੀਂ ਜਿੱਥੇ ਵੀ ਜਾਓਗੇ ਮੈਂ ਤੁਹਾਡੇ ਨਾਲ ਆ। ਆਮੇਨ। ਤੇ ਇਹ ਕਿੰਨਾ ਜ਼ਰੂਰੀ ਆ ਕਿ ਆਪਾਂ ਆਪਣੇ ਸਾਹਾਂ ਦੀ ਅਹਿਮੀਅਤ ਨੂੰ ਇਕਨੋਲੇਜ ਕਰੀਏ। ਜਿੱਦਾਂ ਪਾਸਟਰ ਜੀ ਨੇ ਪਿਛਲੇ ਹਫਤੇ ਪ੍ਰਚਾਰ ਕੀਤਾ ਸੀਗਾ ਕਿ ਕਿੰਨਾ ਉਸ ਬੰਦੇ ਨੂੰ ਪੁੱਛ ਕੇ ਦੇਖੀਏ ਜਿਹੜੇ ਬੰਦੇ ਨੂੰ ਪਤਾ ਵੀ ਨਹੀਂਗਾ ਕਿ ਉਹਨੂੰ ਅਗਲਾ ਸਾਹ ਆਉਣਾ ਆ ਕਿ ਨਹੀਂ ਆਉਣਾ। ਵਾਹ, ਉਹ ਸੁਣ ਕੇ ਨਾ ਇੱਕਦਮ ਦਿਲ ਧੱਕ ਜਾ ਹੋ ਗਿਆ ਸੀਗਾ ਕਿ ਕਿੰਨਾ ਟਰੂ, ਕਿੰਨਾ ਸੱਚੀ ਗੱਲ ਆ ਇਹ ਕਿ ਆਪਾਂ ਕਈ ਵਾਰੀ ਇਕਨੋਲੇਜ ਨਹੀਂ ਕਰਦੇ। ਆਪਾਂ ਵੀ ਟੇਕ ਆਰ ਬ੍ਰੈਥ ਫॉर ਗ੍ਰਾਂਟਡ। the person who knows that next breath might be the last one, ਉਸ ਬੰਦੇ ਨੂੰ ਪੁੱਛ ਕੇ ਦੇਖੀਏ ਵੀ ਕੀ ਔਖ ਥਾਈਂ ਦੀ ਉਸ ਬੰਦਾ ਨਿਕਲ ਰਿਹਾ ਹੈ ਉਸ ਵੇਲੇ। ਮੈਨ ਤੇ ਇਹ ਜ਼ਰੂਰੀ ਹੈ ਕਿ ਆਪਾਂ ਨੂੰ ਪਤਾ ਹੈ ਜਿਹੜੇ ਵੀ ਆਪਣੇ ਸਾਹ ਹੈਗੇ ਨੇ ਆਪਾਂ ਉਹਨਾਂ ਨੂੰ ਇਕਨੋਲੇਜ ਕਰੀਏ। ਜੋ ਆਪਾਂ ਤੁਰੇ ਵੀ ਫਿਰਦੇ ਹਾਂ ਆਪਾਂ ਇਕਨੋਲੇਜ ਕਰੀਏ। ਧੰਨਵਾਦ ਪਰਮੇਸ਼ਵਰ, ਧੰਨਵਾਦ ਇਹਨਾਂ ਸਾਹਾਂ ਦਾ, ਧੰਨਵਾਦ। ਮੈਂ ਦੁਆ ਕਰੀਏ ਆਪਾਂ ਕਿ ਜਿਹੜੇ ਆਪਣੇ ਸਾਹ ਨੇ ਉਹ ਆਪਾਂ ਵਰਤੀਏ। ਪਰਮੇਸ਼ਵਰ ਕਿ ਸਾਨੂੰ ਯੂਜ਼ ਕਰ ਪਰਮੇਸ਼ਵਰ ਕਿ ਅਸੀਂ ਦੂਜਿਆਂ ਨੂੰ ਤੇਰਾ ਵਚਨ ਦੱਸ ਸਕੀਏ, ਦੂਜਿਆਂ ਨੂੰ ਵੀ ਅਸੀਂ ਸਮਝਾ ਸਕੀਏ। ਜਿਹੜੇ ਬਾਹਰ ਲੋਕ ਨੇ ਉਹ ਤੁਰੇ ਫਿਰ ਰਹੇ ਨੇ, ਖਾ ਪੀ ਰਹੇ ਨੇ, ਪਾਰਟੀਆਂ ਕਰ ਰਹੇ ਨੇ, ਪਰ ਉਹਨਾਂ ਨੂੰ ਇਹ ਸਮਝ ਨਹੀਂ ਗਈ ਕਿ ਕਿੱਦਾਂ ਪਰਮੇਸ਼ਵਰ ਨੇ ਸਾਹ ਫੂਕੇ ਆਦਮ ਦੇ ਅੰਦਰ, ਜਿਹਨਾਂ ਸਾਹਾਂ ਕਰਕੇ ਆਪਣੇ ਅੰਦਰ ਅੱਜ ਸਾਹ ਚੱਲ ਰਹੇ ਨੇ। ਤੇ ਉਹਨਾਂ ਨੂੰ ਵੀ ਆਪਾਂ ਦੱਸੀਏ, ਸਮਝਾਈਏ ਤਾਂ ਕਰਕੇ ਉਹ ਵੀ ਇਕਨੋਲੇਜ ਕਰ ਸਕਣ ਕਿ ਇੱਕ ਸਾਹ ਜਿਹੜਾ ਹੈਗਾ ਉਹ ਪਰਮੇਸ਼ਵਰ ਦੀ ਦੇਣ ਆ, ਪਰਮੇਸ਼ਵਰ ਦਾ ਗਿਫਟ ਆ। ਇੱਕ ਸਾਹ ਜਿਹੜੀ ਹੈਗੀ ਉਹ ਪਰਮੇਸ਼ਵਰ ਦਾ ਤੋਹਫਾ ਆ। ਆਮੇਨ, ਹਾਲੇਲੂਇਆ। ਤੇ ਜਦੋਂ ਵੀ ਆਪਾਂ ਬਾਹਰ ਕੁਝ ਕਰਦੇ ਫਿਰ ਰਹੇ ਹੈਗੇ ਆ, ਇਹ ਜ਼ਰੂਰੀ ਆ ਕਿ ਆਪਾਂ ਲੋਕਾਂ ਨੂੰ ਦੱਸੀਏ, ਹਰ ਵੇਲੇ ਪਰਮੇਸ਼ਵਰ ਦਾ ਵਚਨ ਸਾਂਝਾ ਕਰਦੇ ਜਾਈਏ। ਇਸ ਤੋਂ ਪਹਿਲਾਂ ਕਿ ਆਪਾਂ ਲੋਕਾਂ ਨੂੰ ਦੱਸੀਏ ਕਿ ਹਾਂਜੀ ਅਸੀਂ ਯਿਸੂ ਮਸੀਹ ਜੀ ਦਾ ਵਚਨ ਸਾਂਝਾ ਕਰ ਰਹੇ ਹਾਂ, ਕਿ ਅਸੀਂ ਯਿਸੂ ਮਸੀਹ ਜੀ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ, ਲੋਕਾਂ ਨੂੰ ਆਲਰੇਡੀ ਆਪਾਂ ਨੂੰ ਸਿਰਫ ਦੇਖ ਕੇ ਪਤਾ ਲੱਗ ਜਾਣਾ ਚਾਹੀਦਾ ਆ ਕਿ ਅਸੀਂ ਪਰਮੇਸ਼ਵਰ ਯਿਸੂ ਮਸੀਹ ਜੀ ਦੇ ਪਿੱਛੇ ਚੱਲਦੇ ਆਂ। ਆਮੇਨ। ਆਪਣੇ ਸੁਭਾਅ ਦੇ ਨਾਲ, ਆਪਣੀ ਪੀਸ ਦੇ ਨਾਲ, ਜੋਏ ਦੇ ਨਾਲ, ਉਹ ਨੂਰ ਜਿਹੜਾ ਪਰਮੇਸ਼ਵਰ ਸਾਨੂੰ ਦਿੰਦਾ ਹੈ, ਉਹ ਗ੍ਰੇਸ ਤੇ ਮਰਸੀ ਜੋ ਪਰਮੇਸ਼ਵਰ ਯਿਸੂ ਮਸੀਹ ਜੀ ਆਪਾਂ ਨੂੰ ਦਿੰਦੇ ਨੇ, ਉਹ ਲੋਕਾਂ ਨੂੰ ਦਿਸ ਜਾਣੀ ਚਾਹੀਦੀ ਆ। ਪਿਛਲੇ ਹਫਤੇ ਮੈਂ ਇੱਕ ਪੋਸਟ ਪਾਈ ਸੀਗੀ ਫੇਸਬੁੱਕ ਦੇ ਉੱਤੇ, which ਕਹਿੰਦਾ let people see Jesus in you even before you tell them about Jesus। ਕਿ ਪਰਮੇਸ਼ਵਰ ਯਿਸੂ ਮਸੀਹ ਜੀ ਤੁਹਾਡੇ ਵਿੱਚ ਨਜ਼ਰ ਆ ਜਾਣੇ ਚਾਹੀਦੇ ਨੇ ਇਸ ਤੋਂ ਪਹਿਲਾਂ ਕਿ ਤੁਸੀਂ ਦੂਜਿਆਂ ਨੂੰ ਜਾ ਕੇ ਪਰਮੇਸ਼ਵਰ ਯਿਸੂ ਮਸੀਹ ਜੀ ਦੇ ਬਾਰੇ ਕਹੋ। ਆਮੇਨ, ਹਾਲੇਲੂਇਆ। ਤੇ ਆਪਣੀ ਇਹ ਕਾਲਿੰਗ ਆ, ਆਪਾਂ ਨੂੰ ਪਰਮੇਸ਼ਵਰ ਨੇ ਬੁਲਾਇਆ ਆ ਕਿ ਆਪਾਂ ਦੂਜਿਆਂ ਨੂੰ ਪਰਮੇਸ਼ਵਰ ਦਾ ਵਚਨ ਸੁਣਾਉਂਦੇ ਜਾਈਏ। ਸਭ ਤੋਂ ਵੱਧ ਕੇ ਪਰਮੇਸ਼ਵਰ ਦਾ ਵਚਨ ਜਿਹੜਾ ਸੁਣਾਉਣ ਦਾ ਤਰੀਕਾ ਆ ਉਹ ਆਪਣੀ ਟੈਸਟਮਨੀ ਆ। ਉਹ ਜਦੋਂ ਆਪਾਂ ਕਈ ਮੂੰਹ ਚੋਂ ਕੁਝ ਕੱਢਦੇ ਵੀ ਨਹੀਂਗੇ, ਫਿਰ ਵੀ ਜਦੋਂ ਲੋਕ ਆਪਾਂ ਨੂੰ ਦੇਖਦੇ ਨੇ ਤੇ ਉਹ ਕਹਿੰਦੇ ਨੇ ਐਸ ਫਲਾਨੇ ਬੰਦੇ ਦੇ ਵਿੱਚ ਕੁਝ ਡਿਫਰੈਂਟ ਜਿਹਾ ਆ ਫਲਾਨਾ ਬੰਦਾ ਆ ਜਿਹੜਾ ਇਹਦੇ ਚ ਕੋਈ ਐ ਜੋਏ ਜੀ, ਭਾਵੇਂ ਮੁਸੀਬਤਾਂ ਤਾਂ ਇਹਦੀ ਨਿਕਲ ਰਿਹਾ ਆ ਪਰ ਫਿਰ ਵੀ ਖਿਜਦਾ ਨਹੀਂਗਾ, ਪਰ ਫਿਰ ਵੀ ਖੁਸ਼ੀ ਰਹਿੰਦਾ ਆ, ਇਹਦੇ ਚ ਹਮੇਸ਼ਾ ਖੁਸ਼ੀ ਰਹਿੰਦੀ ਆ, ਗੁੱਸਾ ਨਹੀਂ ਕਰਦਾ। ਮਤਲਬ ਇਹ ਚੀਜ਼ ਜਦੋਂ ਦੂਜੇ ਲੋਕਾਂ ਨੂੰ ਦਿਸਦੀ ਆ ਉਦੋਂ ਆਪੇ ਦੀ ਆਪ ਪਰਮੇਸ਼ਵਰ ਯਿਸੂ ਮਸੀਹ ਜੀ ਉਹਨਾਂ ਨੂੰ ਦਿਸਣ ਲੱਗ ਜਾਂਦੇ ਨੇ। ਆਮੇਨ। ਆਪੇ ਉਹਨਾਂ ਦੇ ਮਨ ਦੇ ਵਿੱਚ ਸਵਾਲ ਉੱਠਦੇ ਨੇ ਤੇ ਉਹ ਸਾਡੇ ਕੋਲੇ ਆਉਂਦੇ ਨੇ ਤੇ ਪੁੱਛਦੇ ਨੇ ਤੇ ਫਿਰ ਆਪਾਂ ਨੂੰ ਮੌਕਾ ਮਿਲਦਾ ਆ ਕਿ ਆਪਾਂ ਪਰਮੇਸ਼ਵਰ ਯਿਸੂ ਮਸੀਹ ਜੀ ਦਾ ਨਾਮ ਤੇ ਵਚਨ ਉਹਨਾਂ ਦੇ ਨਾਲ ਸਾਂਝਾ ਕਰ ਸਕੀਏ। ਆਮੇਨ। ਪਿਛਲੇ ਹਫਤੇ ਆਪਣੇ ਚਰਚ ਦੇ ਵਿੱਚ ਇੱਕ ਟੈਸਟੀਮਨੀ ਸਾਂਝੀ ਕੀਤੀ ਗਈ ਸੀਗੀ ਕਿ ਕਿੱਦਾਂ ਇੱਕ ਭਰਾ ਦੇ ਨਾਲ ਕੋਈ ਦੂਸਰਾ ਬੰਦਾ ਬੈਠਾ ਸੀਗਾ ਤੇ ਭਰਾ ਜਦੋਂ ਆਪਣਾ ਨੋਰਮਲ ਜਿਹੜਾ ਵੀ ਚਾਹ ਪਾਣੀ ਦੇ ਲਈ ਆਪਾਂ ਦੁਆ ਕਰਦੇ ਆ, ਉਹ ਦੁਆ ਉਹਨਾਂ ਨੇ ਕੀਤੀ ਤਾਂ ਮੂਹਰਲੇ ਬੰਦੇ ਨੇ ਜਦੋਂ ਦੇਖਿਆ ਤੇ ਉਹਨੇ ਸਵਾਲ ਕੀਤਾ ਵੀ ਇਹ ਕੀ ਕਰ ਰਹੇ ਹੈਗੇ ਹੋ। ਤੇ ਉਹੋ ਹੀ ਜਿਹੜਾ ਸਵਾਲ ਆ ਉਹੀ ਉਸ ਵੇਲੇ ਦਾ ਮੌਕਾ ਬਣ ਗਿਆ ਕਿ ਇਹ ਭਰਾ ਜਿਹੜੇ ਨੇ ਉਹਨੂੰ ਪਰਮੇਸ਼ਵਰ ਦਾ ਵਚਨ ਸਮਝਾ ਸਕਣ, ਦੱਸ ਸਕਣ, ਪਰਮੇਸ਼ਵਰ ਦੇ ਬਾਰੇ ਦੱਸ ਸਕਣ ਕਿ ਯਿਸੂ ਮਸੀਹ ਜੀ ਕੌਣ
ਕੌਣ ਨੇ, ਕਿੱਥੇ ਨੇ, ਕਿਉਂ ਨੇ ਤੇ ਕਿਉਂ ਆਏ ਸੀ ਇਸ ਧਰਤੀ ਦੇ ਉੱਤੇ। ਆਮੇਨ। ਉਹ ਸਮਝਾ ਸਕਣ ਉਹਨੂੰ ਕਿ ਪਰਮੇਸ਼ਵਰ ਨੇ ਜਗਤ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਭੇਜ ਦਿੱਤਾ ਤਾਂ ਕਰਕੇ ਜੋ ਵੀ ਕੋਈ ਉਹਦੇ ਵਿੱਚ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਹਮੇਸ਼ਾ ਦਾ ਜੀਵਨ ਪਾਵੇ। ਆਮੇਨ। ਤੇ ਉਹ ਭਰਾ ਨੂੰ ਇੰਨਾ ਪਵਿੱਤਰ ਆਤਮਾ ਨੇ ਛੂਹਿਆ ਤੇ ਉਹ ਬਰਕਤ ਲੈ ਕੇ ਉੱਥੋਂ ਗਿਆ ਤੇ ਉਸ ਤੋਂ ਬਾਅਦ ਉਹ ਲਗਾਤਾਰ ਉਹ ਸਵਾਲ ਕਰ ਰਿਹਾ ਹੈਗਾ ਆ, ਹੋਰ ਜਾਣਨ ਦੀ ਕੋਸ਼ਿਸ਼ ਕਰ ਰਿਹਾ, ਉਹ ਭੁੱਖ ਪਿਆਸ ਉਹਦੇ ਚ ਜਾਗ ਰਹੀ ਹੈਗੀ ਹੈ ਤੇ ਉਹ ਜਾਣਨਾ ਚਾਹ ਰਿਹਾ ਆ ਜ਼ਿਆਦਾ ਤੋਂ ਜ਼ਿਆਦਾ ਪਰਮੇਸ਼ਰ ਯਿਸੂ ਮਸੀਹ ਜੀ ਦੇ ਬਾਰੇ। ਆਮੇਨ। ਇਹ ਏਡੀ ਵੱਡੀ ਬਰਕਤ ਹੈਗੀ ਹੈ। ਕਈ ਵਾਰੀ ਆਪਾਂ ਥੋੜਾ ਜਿਹਾ ਘਬਰਾ ਜਾਂਦੇ ਹੈਗੇ ਆ ਜਦੋਂ ਇੱਕਦਮ ਜਾਂ ਤਾਂ ਕਿਸੇ ਨੂੰ ਦੱਸਦੇ ਨਹੀਂਗੇ ਜਾਂ ਜੇ ਦੱਸਦੇ ਵੀ ਆਪਾਂ ਨੂੰ ਆਏ ਹੋ ਜਾਂਦਾ ਵੀ ਪਤਾ ਨਹੀਂ ਵੀ ਮੈਂ ਇਹਨੂੰ ਪ੍ਰਚਾਰ ਕੀ ਕਰੂੰ, ਮੈਂ ਇਹਨੂੰ ਦੱਸੂੰ ਕੀ। ਪਰ ਮੈਂ ਤੁਹਾਨੂੰ ਦੱਸਾਂ ਸਭ ਤੋਂ ਵਧੀਆ ਬੈਸਟ ਪ੍ਰਚਾਰ ਹੈਗਾ ਆ ਜੋ ਉਹ ਹੈ ਸਾਡੀ ਟੈਸਟਮਨੀ। ਸਭ ਤੋਂ ਵਧੀਆ, ਕਿਉਂਕਿ ਇੱਕ ਤਾਂ ਜਿਹੜੀ ਟੈਸਟਮਨੀ ਉਹ ਸਾਡੀ ਜ਼ਿੰਦਗੀ ਤੇ ਬੀਤੀ ਹੋਈ ਆ ਉਹਨੂੰ ਆਪਾਂ ਇੰਨੇ ਕੌਨਫੀਡੈਂਸ ਦੇ ਨਾਲ ਦੱਸ ਸਕਦੇ ਆ, ਇੰਨੇ ਕੌਨਫੀਡੈਂਸ ਨਾਲ ਕਿ ਉਹ ਮਤਲਬ ਵੀ ਆਪਾਂ ਨੂੰ ਦੂਜੀ ਵਾਰੀ ਵੀ ਨਹੀਂ ਸੋਚਣਾ ਪੈਂਦਾ ਤੇ ਉਹ ਆਪਣੀ ਜ਼ਿੰਦਗੀ 'ਚ ਹੋਇਆ ਆ, ਆਪਾਂ ਨੂੰ ਪਰਮੇਸ਼ਰ ਨੇ ਉਹ ਬਰਕਤ ਦਿੱਤੀ ਆ ਤੇ ਆਪਾਂ ਅਗਲੇ ਦੇ ਨਾਲ ਸਾਂਝੀ ਕਰੀਏ। ਹੁਣ ਆਪਾਂ ਇਹ ਬੀਜ ਬੋ ਦਿੱਤਾ ਪਰਮੇਸ਼ਰ ਯਿਸੂ ਮਸੀਹ ਜੀ ਦੇ ਨਾਮ ਦਾ ਉਹਦੇ ਦਿਲ ਦੇ ਵਿੱਚ। ਹੁਣ ਭਾਵੇਂ ਅਗਲਾ ਮੂਹਰੋਂ ਕਹੇ ਕਿ ਵੀ ਮੈਨੂੰ ਤਾਂ ਨਹੀਂ ਵਿਸ਼ਵਾਸ ਹੋ ਰਿਹਾ ਤੇ ਆਪਾਂ ਕਹਿ ਸਕਦੇ ਹਾਂ ਵੀ ਮੈਂ ਵਿਸ਼ਵਾਸ ਕੀਤਾ, ਇਹ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਆ ਤੇ ਮੇਰੀ ਜ਼ਿੰਦਗੀ ਪਰਮੇਸ਼ਵਰ ਨੇ ਬਦਲ ਦਿੱਤੀ ਹੈਗੀ ਆ ਤੇ ਜੇ ਤੂੰ ਵਿਸ਼ਵਾਸ ਕਰੇ ਤਾਂ ਪਰਮੇਸ਼ਵਰ ਤੇਰੀ ਜ਼ਿੰਦਗੀ ਵੀ ਬਦਲ ਸਕਦਾ ਹੈ। ਆਮੇਨ। ਹਾਲੇਲੂਇਆ। ਟੈਸਟਮਨੀ ਜਿਹੜੀ ਹੈਗੀ ਆ ਇਹ ਸਭ ਤੋਂ ਵੱਡੀ ਬਰਕਤ ਹੈਗੀ ਆ ਕਿ ਕਿੱਦਾਂ ਦੂਜੇ ਲੋਕਾਂ ਨੂੰ ਜਾ ਕੇ ਆਪਾਂ ਦੱਸ ਸਕਦੇ ਹਾਂ ਪਰਮੇਸ਼ਵਰ ਦਾ ਵਚਨ, ਉਹ ਸਾਂਝਾ ਕਰੀਏ। ਉਹ ਪਹਿਲਾ ਦਿਨ ਜਿੱਦਣ ਪਰਮੇਸ਼ਵਰ ਜੀ ਨੇ ਆਪਾਂ ਨੂੰ ਛੂਹਿਆ ਸੀ, ਆਪਣੀ ਜ਼ਿੰਦਗੀ ਬਦਲਦੀ ਸੀ, ਉਹ ਅਹਿਸਾਸ ਵੀ ਜਦੋਂ ਆਪਾਂ ਨੂੰ ਹੋਇਆ ਸੀਗਾ ਜਦੋਂ ਪਵਿੱਤਰ ਆਤਮਾ ਨੇ ਆਪਾਂ ਨੂੰ ਛੂਹਿਆ ਸੀਗਾ। ਆਮੇਨ। ਹਾਲੇਲੂਇਆ। ਪਰਮੇਸ਼ਵਰ ਦਾ ਹੀ ਧੰਨਵਾਦ ਕਰਦੇ ਹਾਂ। ਪਰਮੇਸ਼ਵਰ ਅੱਜ ਦਾ ਇਹ ਵਚਨ ਪਰਮੇਸ਼ਵਰ ਅਸੀਂ ਤੇਰੇ ਹੱਥਾਂ ਦੇ ਵਿੱਚ ਰੱਖਦੇ ਹਾਂ। ਪਿਤਾ ਪਰਮੇਸ਼ਵਰ ਅਸੀਂ ਦੁਆ ਕਰਦੇ ਹਾਂ ਕਿ ਤੂੰ ਸਾਡੇ ਦਿਲਾਂ ਨੂੰ ਕੰਨਾਂ ਨੂੰ ਖੋਲ ਪਰਮੇਸ਼ਵਰ ਕਿ ਅਸੀਂ ਵਚਨ ਸਵੀਕਾਰ ਕਰ ਸਕੀਏ, ਸਮਝ ਸਕੀਏ ਤੇ ਸਮਝਾ ਸਕੀਏ। ਪਿਤਾ ਪਰਮੇਸ਼ਵਰ ਤੇਰੀ ਮਿਹਰ ਤੇ ਕਿਰਪਾ ਮੰਗਦੇ ਹਾਂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਆਮੀਨ ਆਮੀਨ ਆਮੀਨ। ਹਾਲੇਲੂਇਆ। ਅੱਜ ਦਾ ਜਿਹੜਾ ਵਚਨ ਹੈਗਾ ਆ ਇਹ ਆਪਾਂ ਦੇਖਦੇ ਹੈਗੇ ਆ ਲੂਕਾ ਦੀ ਕਿਤਾਬ ਦੇ ਵਿੱਚੋਂ। ਇਹ ਆਪਾਂ ਗੱਲਬਾਤ ਕਰ ਰਹੇ ਹੈਗੇ ਆ ਜਿਹੜੀ ਆਪਣੀ ਰੋਜ਼ ਦੀ ਵਾਕ ਆ ਪਰਮੇਸ਼ਵਰ ਦੇ ਨਾਲ, ਰੋਜ਼ ਦੀ ਜਿਹੜੀ ਆਪਣੀ ਜ਼ਿੰਦਗੀ ਆ ਉਹਦੇ 'ਚ ਆਪਾਂ ਨੂੰ ਜਦੋਂ ਵੀ ਓਪਰਚੁਨਿਟੀਜ਼ ਮਿਲਦੀਆਂ ਨੇ ਉਹ ਓਪਰਚੁਨਿਟੀਜ਼ ਨੂੰ ਆਪਾਂ ਫੜ ਲੈਣਾ ਆ ਤੇ ਪਰਮੇਸ਼ਵਰ ਹਮੇਸ਼ਾ ਆਪਾਂ ਨੂੰ ਬੈਕਅਪ ਕਰੇਗਾ। ਪਰਮੇਸ਼ਵਰ ਦਾ ਰੂਹ ਹਮੇਸ਼ਾ ਆਪਾਂ ਨੂੰ ਬੈਕਅਪ ਕਰੇਗਾ। ਆਪਾਂ ਘਬਰਾਉਣਾ ਨਹੀਂ, ਡਰਨਾ ਨਹੀਂ ਕਿਉਂਕਿ ਆਪਾਂ ਇਕੱਲੇ ਨਹੀਂਗੇ, ਹੈ ਨਾ। ਹਾਲੇਲੂਇਆ। ਇਹਦੀ ਹੋਈ ਇੱਕ ਐਗਜ਼ਾਮਪਲ ਵੀ ਆਪਾਂ ਦੇਖਦੇ ਹਾਂ ਜਿਹੜਾ ਲੂਕਾ ਦੀ ਕਿਤਾਬ ਦੇ 5ਵੇਂ ਦਾ 1 ਤੋਂ 11 ਤੱਕ ਪੂਰਾ ਪੜਾਂਗੇ ਪਰ ਵਿੱਚ ਦੀ ਥੋੜਾ ਪੜ੍ਹਦੇ ਜਾਵਾਂਗੇ। तो 5 ਦਾ पहला जड़ा हैगा लूका दा वो कहता हैगा, बात यूं हुई कि भीड़ में लोग यीशु को चारों ओर से घेर कर जब परमेश्वर का वचन सुन रहे थे और वह गनेस्तर नामक झील के किनारे खड़ा था। तभी उसने झील के किनारे 2 नाव देखी। उनमें से मछुआरे निकलकर अपने जाल साफ कर रहे थे। यीशु उनमें से एक नाव पर चढ़ गया जो कि शमौन की थी, पतरस दी सी, और उसने नाव को किनारे से कुछ हटा लेने को कहा। फिर वह नाव पर बैठ गया और वही नाव पर से सबको उपदेश देने लगा। आमीन। हालेलुया। सो इत्थे ਆਪਾਂ ਆਹ ਦੇਖਦੇ ਹੈਗੇ ਆ ਕਿ ਜਦੋਂ ਇਹ ਵਚਨ ਸਾਂਝਾ ਕਰ ਰਹੇ ਸੀਗੇ ਨਾ ਉਦੋਂ ਜਦੋਂ ਮੈਂ ਵਚਨ ਤਿਆਰ ਕਰ ਰਹੀ ਸੀ, ਜਦੋਂ ਮੈਂ ਪੜ੍ਹ ਰਹੀ ਸੀਗੀ, ਹਰ ਵਾਰ ਜਦੋਂ ਆਪਾਂ ਪਰਮੇਸ਼ਰ ਦਾ ਵਚਨ ਖੋਲਦੇ ਆ, ਕਈ ਵਾਰੀ ਆਪਾਂ ਕਿੰਨਾ ਕੁਝ ਪਹਿਲਾਂ ਪੜ੍ਹਿਆ ਹੁੰਦਾ ਆ, ਹਰ ਵਾਰ ਆਪਾਂ ਨੂੰ ਇੱਕ ਨਵੀਂ ਰੈਵਲੇਸ਼ਨ ਮਿਲਦੀ ਆ, ਹੈ ਨਾ। ਹਰ ਵਾਰ ਆਪਾਂ ਨੂੰ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਤੇ ਪਰਮੇਸ਼ਰ ਯਿਸੂ ਮਸੀਹ ਜੀ ਨੇ ਜਿਹੜੇ ਇਹਨੇ ਸੌਖੇ ਅੱਖਰਾਂ ਦੇ ਨਾਲ ਸਾਰਾ ਕੁਝ ਸਮਝਾਉਂਦੇ ਸੀਗੇ। ਆਮੀਨ। ਹਾਲੇਲੂਇਆ। परमेश्वर का वचन जो पढ़ते हैं उदो एकदम जिहड़े पवित्र आत्मा आ वो अंदर जिद्दां कहदो हलचल होने लग जाती है। आमीन। हालेलुया। इट्स अ लिविंग वर्ड ऑफ गॉड। आमीन। ਤੇ ਹੁਣ ਜਦੋਂ ਪਰਮੇਸ਼ਰ ਯਿਸੂ ਮਸੀਹ ਜੀ ਝੀਲ ਦੇ ਕਿਨਾਰੇ ਸੀਗੇ ਤੇ ਉੱਥੇ ਉਹਨਾਂ ਨੇ ਇਹਦੇ ਚ ਲਿਖਿਆ ਹੈ, ਤभी ਉਸਨੇ ਝੀਲ ਕੇ ਕਿਨਾਰੇ 2 ਨਾਵ ਦੇਖੀ। ਇਹਦੇ ਚ ਨਾ ਮੈਨੂੰ ਥੋੜੀ ਜਿਹੀ ਮੈਂ ਸੋਚਿਆ ਵੀ ਇੰਨਾ ਵੀ ਪਾਰਟਿਕੂਲਰ ਕਿਉਂ ਲਿਖਿਆ ਹੋਇਆ ਵਾ ਵੀ 2 ਜਿਹੜੀਆਂ ਕਿਸ਼ਤੀਆਂ ਸੀਗੀਆਂ ਉਹ ਪਰਮੇਸ਼ਰ ਨੇ ਉਹ ਉੱਥੇ 2 ਦੇਖੀਆਂ ਉਹਨਾਂ ਨੇ ਤੇ ਉਹਨਾਂ ਚੋਂ ਜਿਹੜੀ ਇੱਕ ਸੀਗੀ ਜਿਹੜੀ ਸ਼ਮੌਨ ਦੀ ਸੀਗੀ, ਪਤਰਸ ਦੀ ਸੀਗੀ, ਉਹਦੇ ਵਿੱਚ ਜਾ ਕੇ ਉਹ ਬੈਠ ਜਾਂਦੇ ਨੇ। ਉਹਨੂੰ ਕਿਹਾ ਕਿ ਥੋੜੀ ਜਿਹੀ ਪਾਸੇ ਤੇ ਕਰ ਦੋ, उधर पासे ते हटा के
ਕਿਨਾਰੇ ਤੇ ਮੜੀ ਜੀ ਹਟਾ ਕੇ ਤੇ ਫਿਰ ਉਹਦੇ ਉੱਤੇ ਬੈਠ ਜਾਂਦੇ ਨੇ ਤੇ ਲੋਕ ਪ੍ਰਚਾਰ ਸੁਣਨ ਆਏ ਹੋਏ ਨੇ ਪਰਮੇਸ਼ਵਰ ਜੀ ਦਾ ਤੇ ਉਹ ਫਿਰ ਉਹਦੇ ਤੇ ਬੈਠ ਕੇ ਪ੍ਰਚਾਰ ਕਰਨ ਲੱਗ ਜਾਂਦੇ ਨੇ, ਹੈਨਾ। ਇੱਕ ਹੋਰ ਜਿਹੜੀ ਡਿਫਰੈਂਟ ਵਰਜ਼ਨ ਹੈਗਾ ਉਹਦੇ ਚ ਆ ਵੀ ਲਿਖਿਆ ਆ ਕਿ ਉਹਨਾਂ ਨੇ ਪਤਰਸ ਨੂੰ ਰਿਕੁਐਸਟ ਕੀਤੀ ਜਾਂ ਪਤਰਸ ਨੂੰ ਪੁੱਛਿਆ ਕਿ ਇਹ ਨਾਵ ਜਿਹੜੀ ਹੈਗੀ ਆ ਤੂੰ ਪਾਸੇ ਤੇ ਹਟਾ ਸਕਦਾ ਆ, ਤਾਂ ਕਰਕੇ ਵੀ ਬੈਠ ਕੇ ਉਹਦੇ ਚ ਪ੍ਰਚਾਰ। ਪਰਮੇਸ਼ਵਰ ਯਿਸੂ ਮਸੀਹ ਜੀ ਨੇ ਜੈਂਟਲ ਨੇ, ਉਹ ਧੱਕੇ ਨਾਲ ਕੁਝ ਨਹੀਂ ਕਰਦੇ, ਉਹ ਪੁੱਛਦੇ ਨੇ, ਦੱਸਦੇ ਨੇ, ਆਪਣੀ ਮਰਜ਼ੀ ਦੀ ਵੀ ਵੇਟ ਕਰਦੇ ਨੇ। ਜੇ ਬੰਦਾ ਹਾਂ ਕਹੇ ਤਾਂ ਹੀ ਅੱਗੇ ਕੰਮ ਵੱਧਦਾ ਆ। ਕਈ ਵਾਰੀ ਆਪਾਂ ਹਾਂ ਹੀ ਨਹੀਂ ਕਰਦੇ, ਉਹਦੇ ਨਾਲ ਕਿੰਨੀਆਂ ਬਰਕਤਾਂ ਰੁਕ ਜਾਂਦੀਆਂ ਨੇ, ਨਾ ਸਿਰਫ ਆਪਣੀਆਂ, ਕਿੰਨੇ ਦੂਜੇ ਲੋਕਾਂ ਦੀਆਂ ਵੀ ਅੜਚਣਾ ਆ ਜਾਂਦੀਆਂ ਨੇ ਬਰਕਤ ਜੀ, ਕਿਉਂਕਿ ਆਪਾਂ ਨੂੰ ਪਰਮੇਸ਼ਰ ਨੇ ਕੁਝ ਕਰਨ ਨੂੰ ਕਿਹਾ ਤੇ ਆਪਾਂ ਅੱਗੇ ਕਈ ਵਾਰੀ ਕੁਝ ਕਰਦੇ ਨਹੀਂਗੇ। ਮੈਨ ਤੇ ਉਦੋਂ ਪਰਮੇਸ਼ਵਰ ਨੇ ਉਹ ਦੋਨਾਂ ਕਿਸ਼ਤੀਆਂ ਚੋਂ ਜਿਹੜੀ ਇੱਕ ਸ਼ਮੂਨ ਦੀ ਪਤਰਸ ਦੀ ਕਿਸ਼ਤੀ ਸੀਗੀ ਉਹਦੇ ਵਿੱਚ ਜਾ ਕੇ ਉਹ ਬੈਠ ਗਏ। ਮੈਂ ਤੇ ਉਸ ਤੋਂ ਬਾਅਦ 5ਵੇਂ ਦੇ ਚੌਥੇ ਦੇ ਵਿੱਚ ਲਿਖਿਆ, जब वह उपदेश समाप्त कर चुके तो उसने शमून से कहा, गहरे पानी की तरफ बढ़ और मछली पकड़ने के लिए अपने जाल डालो। हालेलुया। ਉਹ ਕਹਿੰਦੇ ਨੇ ਕਿ ਤੂੰ ਜਿਹੜੇ ਗਹਿਰੇ ਪਾਣੀ, ਜਿਹੜਾ ਉਹ ਪਰੇ ਜੇ ਨੂੰ ਕਹਿ ਲਓ, ਉਧਰ ਜੇ ਨੂੰ ਜਿਹੜਾ ਪਾਣੀ ਹੈਗਾ ਆ ਉਹਦੇ ਵਿੱਚ ਆਪਦੀ ਕਿਸ਼ਤੀ ਲੈ ਕੇ ਜਾ ਤੇ ਉੱਥੇ ਜਾ ਕੇ ਤੂੰ ਜਿਹੜਾ ਜਾਲ ਆ ਉਹ ਸਿੱਟ ਪਾਣੀ ਦੇ ਵਿੱਚ ਮੱਛਲੀਆਂ ਫੜਨ ਦੇ ਲਈ, ਹੈਨਾ। ਇਦਾਂ ਹੀ ਇਹ ਮੱਛਲੀਆਂ ਫੜਨ ਦੀ ਵੀ ਜਿਹੜੀ ਮਤਲਬ ਵੀ ਇਹ ਇਦਾਂ ਆ ਜਿੱਦਾਂ ਹੁਣ ਪਰਮੇਸ਼ਵਰ ਨੇ ਆਪਾਂ ਨੂੰ ਕਿਹਾ ਹੋਇਆ ਕਿ ਆਪਾਂ ਜਿਹੜੇ ਹੈਗੇ ਆ ਉਹ ਵੀ ਆਰ ਦ ਫਿਸ਼ਰਮੈਨ ਆਫ ਮੈਨ, ਕਿ ਆਪਾਂ ਲੋਕਾਂ ਨੂੰ, ਸੋਲਸ ਨੇ ਜਿਹੜੀਆਂ, ਆਪਾਂ ਉਹਨਾਂ 'ਚ ਜਾਲ ਸਿੱਟਦੇ ਆ ਗੋਸਪਲ ਦਾ, ਪਰਮੇਸ਼ਵਰ ਦੇ ਵਚਨ ਦਾ। ਤਾਂ ਕਰਕੇ ਉਹ ਜਿੱਦਾਂ ਕਹਿ ਲਓ ਵੀ ਉਹ ਖਿੱਚੇ ਤੁਰੇ ਆਉਂਦੇ ਨੇ ਪਰਮੇਸ਼ਵਰ ਦੇ ਵਚਨ ਵੱਲ ਨੂੰ, ਹੈਨਾ। ਤੇ ਪਰਮੇਸ਼ਵਰ ਆਪਾਂ ਨੂੰ ਕਹਿੰਦੇ ਨੇ ਕਿ ਜਾਓ ਉੱਥੇ ਫਲਾਨੀ ਥਾਂ ਤੇ ਜਾ ਕੇ ਜਾਲ ਸਿੱਟੋ, ਜਾ ਕੇ ਪਰਮੇਸ਼ਵਰ ਦਾ ਵਚਨ ਸੁਣਾਓ। ਤੇ ਕਈ ਵਾਰੀ ਆਪਾਂ ਬਿਲਕੁਲ ਵੀ ਸੁਣਦੇ ਨਹੀਂਗੇ, ਕਈ ਵਾਰੀ ਆਪਾਂ ਸੁਣੀ ਨੂੰ ਅਣਸੁਣੀ ਕਰ ਦਿੰਦੇ ਆ। ਇਹ ਮੇਰੇ ਨਾਲ ਹੋਇਆ ਕਈ ਵਾਰੀ ਕਿ ਕਈ ਵਾਰੀ ਜਦੋਂ ਇੱਕਦਮ ਨਾ ਪਵਿੱਤਰ ਆਤਮਾ ਦੀ ਆਵਾਜ਼ ਆਉਂਦੀ ਆ ਕਿ ਫਲਾਣੇ ਬੰਦੇ ਨੂੰ ਫੋਨ ਕਰ ਜਾਂ ਫਲਾਣੇ ਬੰਦੇ ਨੂੰ ਕੋਈ ਗੱਲ ਕਹਿਣੀ ਆ, ਹੈਨਾ। ਮੇਰੇ ਨਾਲ ਨਾ ਪਹਿਲਾਂ ਜੇ ਆਏ ਹੋਇਆ ਤੇ ਕਈ ਵਾਰੀ ਮੈਨੂੰ ਲੱਗਣਾ ਪਤਾ ਨਹੀਂ ਪਵਿੱਤਰ ਆਤਮਾ ਦੀ ਆਵਾਜ਼ ਆ ਕਿ ਮੇਰੀ ਆਵਾਜ਼ ਆ, ਮੈਨੂੰ ਪਤਾ ਨਹੀਂ, ਮੈਨੂੰ ਡਾਊਟ ਆ ਜਾਂ ਇਦਾਂ ਕਰਕੇ ਤੇ ਨਹੀਂ ਕਰਨਾ ਫੋਨ, ਹੈਨਾ। ਨਹੀਂ ਕੀਤਾ ਜਦ ਫੋਨ ਤੇ ਕਈ ਵਾਰੀ 2-3 ਦਿਨ ਬਾਅਦ ਹੀ ਉਸ ਬੰਦੇ ਦੇ ਨਾਲ ਕੋਈ ਨਾ ਕੋਈ ਗੱਲ ਹੋ ਜਾਂਦੀ ਆ ਜਾਂ ਪਤਾ ਲੱਗਦਾ ਵੀ ਉਹ ਫਲਾਣੇ ਬੰਦੇ ਦਾ ਆਏ ਹੋਇਆ ਜਾਂ ਕੋਈ, ਫਿਰ ਇੱਕਦਮ ਹੁੰਦਾ ਉਹ 2 ਦਿਨ ਪਹਿਲਾਂ ਮੈਨੂੰ ਪਰਮੇਸ਼ਵਰ ਨੇ ਆਹ ਆਵਾਜ਼ ਦਿੱਤੀ ਸੀ ਕਿ ਮੈਂ ਉਸ ਬੰਦੇ ਨੂੰ ਕਾਲ ਕਰਕੇ ਆਹਾ ਕੁਛ ਕਹਾਂ ਜਾਂ ਉਸ ਬੰਦੇ ਨੂੰ ਮਿਲ ਕੇ ਆਹਾ ਕੁਛ ਕਹਾਂ ਤੇ ਮੈਂ ਕਿਹਾ ਨਹੀਂ, ਮੈਂ ਕੀਤਾ ਨਹੀਂ। ਉਦੋਂ ਇੱਕਦਮ ਦੁੱਖ ਲੱਗਦਾ ਆ ਕਿ ਆਪਾਂ ਪਰਮੇਸ਼ਵਰ ਪਵਿੱਤਰ ਆਤਮਾ ਦੀ ਆਵਾਜ਼ ਨੂੰ ਅਣਸੁਣੀ ਕਰਤਾ। ਜੇ ਉਸ ਵੇਲੇ ਉਸ ਬੰਦੇ ਨੂੰ ਆਹ ਚੀਜ਼ ਕਹਿ ਦਿੱਤੀ ਹੁੰਦੀ ਤਾਂ ਸ਼ਾਇਦ ਉਹ ਬੰਦਾ ਅੱਜ ਐਸ ਪ੍ਰੋਬਲਮ 'ਚ ਨਾ ਪੈਂਦਾ ਜਾਂ ਐਸ ਥਾਂ ਤੇ ਨਾ ਪਹੁੰਚਦਾ। ਤੇ ਇਹ ਮੇਰੇ ਨਾਲ 2-3 ਵਾਰੀ ਏਦਾਂ ਹੋਈਆਂ ਗੱਲਾਂ। ਮੈਂ ਹੁਣ ਸਿੱਖ ਲਿਆ, ਜਦੋਂ ਪਰਮੇਸ਼ਵਰ ਦਾ ਪਵਿੱਤਰ ਆਤਮਾ ਮੇਰੇ ਦਿਲ ਦੇ ਵਿੱਚ ਕੁਝ ਪਾਉਂਦਾ ਆ, ਕਿਸੇ ਨੂੰ ਕੁਝ ਟੈਕਸਟ ਕਰਨ ਨੂੰ, ਕਿਸੇ ਨੂੰ ਫੋਨ ਕਰਨ ਨੂੰ, ਕਿਸੇ ਨੂੰ ਮਿਲਣ ਨੂੰ, ਪੈਂਡੈਮਿਕ ਕਰਕੇ ਆਪਾਂ ਹਜੇ ਕਿਸੇ ਨੂੰ ਮਿਲ ਨਹੀਂ ਸਕਦੇ, ਪਰ ਜੇ ਫੋਨ ਕਰਨ ਨੂੰ ਤੇ ਮੈਂ ਉਦੋਂ ਹੀ ਫੋਨ ਚੱਕਦੀ ਆ, ਭਾਵੇਂ ਉਹ ਕੋਈ ਹੋਵੇ, ਫੋਨ ਚੱਕਦੀ ਆ, ਮੈਂ ਫੋਨ ਕਰਦੀ ਆ, ਮੈਂ ਆਪਣਾ ਦਿਲ ਖੋਲਦੀ ਆ, ਜੋ ਪਵਿੱਤਰ ਆਤਮਾ ਦੀ ਆਵਾਜ਼ ਮੈਨੂੰ ਸੁਣੀ ਆ ਤੇ ਉਹਦੇ ਨਾਲ ਪਰਮੇਸ਼ਰ ਬਹੁਤ ਬਰਕਤ ਦਿੰਦਾ ਆ। ਨਾ ਸਿਰਫ ਤੁਹਾਨੂੰ, ਦੂਸਰੇ ਬੰਦੇ ਨੂੰ ਇੰਨੀ ਬਰਕਤ ਮਿਲਦੀ ਆ ਤੇ ਪਰਮੇਸ਼ਵਰ ਬੈਕਅਪ ਕਰਦਾ ਆ ਉਸ ਸਿਚੁਏਸ਼ਨ ਨੂੰ ਜਦੋਂ ਆਪਾਂ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਅੱਗੇ ਕੰਮ ਕਰਦੇ ਆ। ਆਮੇਨ, ਹਾਲੇਲੂਇਆ। ਇੱਥੇ ਆਪਾਂ ਦੇਖਦੇ ਆ ਸ਼ਮੂਨ ਨੂੰ ਕਿੰਨੀ ਬਰਕਤ ਮਿਲਦੀ ਆ ਜਦੋਂ ਉਹ ਆਵਾਜ਼ ਸੁਣ ਕੇ ਪਰਮੇਸ਼ਵਰ ਦੀ ਅੱਗੇ ਕੰਮ ਕਰਦਾ ਆ। ਆਮੇਨ, ਹਾਲੇਲੂਇਆ। ਤੇ ਪਰ ਆਪਾਂ ਦੇਖਦੇ ਹਾਂ ਜਿੱਦਾਂ ਚੌਥੇ ਦੇ ਵਿੱਚ ਆਪਾਂ ਪੜਿਆ ਹੈਗਾ 5ਵੇਂ ਦੇ ਚੌਥੇ ਦੇ ਵਿੱਚ, जब वह उपदेश समाप्त कर चुका तो उसने शमून से कहा, गहरे पानी की तरफ बढ़ और मछली पकड़ने के लिए अपने जाल डालो। मैन अगली वर्ष ਦੇ ਵਿੱਚ शमून बोला, स्वामी हमने सारी रात कठिन परिश्रम किया है, सारी रात ਅਸੀਂ ਟਰਾਈ ਕੀਤੀ ਆ, ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਆ ਮੱਛੀਆਂ ਫੜਨ ਨੂੰ, ਪਰ ਹਮੇ ਕੁਝ ਨਹੀਂ ਮਿਲ ਪਾਇਆ।
ਉਹ ਕਹਿੰਦੇ ਨੇ ਅਸੀਂ ਸਾਰੀ ਰਾਤ ਬੈਠੇ ਰਹੇ ਆ ਪਰਮੇਸ਼ਵਰ, ਥੱਕ ਗਏ ਆ ਹੁਣ ਤੁਸੀਂ ਸਾਨੂੰ ਕਹਿ ਰਹੇ ਹੋ ਉਧਰ ਜਾ ਕੇ। ਅਸੀਂ ਉਧਰੋਂ ਤਾਂ ਆਏ ਆ, ਉਧਰ ਹੀ ਘੁੰਮ ਫਿਰ ਕੇ ਆਏ ਆ, ਸਾਰੀ ਰਾਤ ਅਸੀਂ ਪਾਈ ਗਏ ਆ, ਜਾਲਾ ਸਾਡਾ ਪਾਇਆ ਹੋਇਆ ਸੀਗਾ, ਕੋਈ ਮੱਛੀ ਨਹੀਂ ਫਸੀ ਹੈ। ਆਪਣੇ ਨਾਲ ਵੀ ਕਈ ਵਾਰੀ ਇਦਾਂ ਹੀ ਹੁੰਦੀ ਹੈ। ਆਪਾਂ ਕਹਿੰਦੇ ਆ ਪਰਮੇਸ਼ਰ ਹੁਣ ਤਾਂ ਮੈਂ ਥੱਕ ਗਿਆ, ਹੁਣ ਤਾਂ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਬਹੁਤ ਤੇਰਾ ਵਚਨ ਦੱਸਦਾ, ਉਹਨਾਂ ਦੇ ਇੱਕ ਕੰਨ 'ਚ ਜਾਂਦਾ ਆ, ਦੂਜੇ ਕੰਨ 'ਚੋਂ ਨਿਕਲ ਜਾਂਦਾ, ਇੱਕ ਕੰਨ 'ਚ ਜਾਂਦਾ, ਦੂਜੇ 'ਚੋਂ ਨਿਕਲ ਜਾਂਦਾ, ਇੱਕ 'ਚ ਜਾਂਦਾ, ਦੂਜੇ 'ਚੋਂ ਨਿਕਲ ਜਾਂਦਾ। ਉਹਨਾਂ ਨੂੰ ਨਹੀਂ ਸਮਝ ਆ ਰਹੀ, ਉਹ ਸਗੋਂ ਹੋਰ ਸਖਤ ਹੋ ਰਹੇ ਨੇ, ਜਾਂ ਉਹਨਾਂ ਨੂੰ ਮਤਲਬ ਵੀ ਉਹ ਮੇਰੇ ਨਾਲ ਗੱਲ ਵੀ ਨਹੀਂ ਕਰ ਰਹੇ, ਹੁਣ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਬੰਦਾ ਬੋਲੀ ਜਾ ਰਿਹਾ ਆ। ਪਰ ਇਹ ਆਪਾਂ ਨਾ ਸਮਝਣਾ ਜ਼ਰੂਰੀ ਆ ਕਿ ਪਰਮੇਸ਼ਵਰ ਦੀ ਟਾਈਮਿੰਗ ਆ, ਹਰ ਚੀਜ਼ ਦੇ ਵਿੱਚ ਪਰਮੇਸ਼ਵਰ ਦੀ ਟਾਈਮਿੰਗ ਆ। ਆਪਾਂ ਪਰਮੇਸ਼ਵਰ ਨੂੰ ਓਵਰ ਸਮਾਰਟ ਨਾ ਹੋਣ ਦੀ ਕੋਸ਼ਿਸ਼ ਕਰੀਏ, ਆਪਣੀ ਵਿਜ਼ਡਮ ਨਾ ਦਿਖਾਈਏ, ਆਪਣੀ ਅੰਡਰਸਟੈਂਡਿੰਗ ਨਾ ਦਿਖਾਈਏ। ਭਾਵੇਂ ਆਪਾਂ ਨੂੰ ਇਹ ਪਰਮੇਸ਼ਵਰ ਦੀਆਂ ਗੱਲਾਂ ਦੀ ਨਹੀਂ ਸਮਝ ਆਉਂਦੀ, ਪਰ ਪਰਮੇਸ਼ਵਰ ਸਭ ਕੁਝ ਜਾਣਦਾ ਆ। ਉਹ ਜਾਣਦਾ ਆ ਕੀ ਕਰਨਾ ਆ ਤੇ ਕਦੋਂ ਕਰਨਾ ਆ ਤੇ ਕਿੱਥੇ ਕਰਨਾ ਆ। ਆਮੇਨ। ਤਾਂ ਕਰਕੇ ਦੁਆ ਦੇ ਵਿੱਚ ਲੱਗੇ ਰਹੀਏ, ਦਿਨ ਰਾਤ ਤੁਰਦੇ ਫਿਰਦੇ ਪਰਮੇਸ਼ਵਰ ਦੀਆਂ ਹੀ ਗੱਲਾਂ ਕਰੀਏ, ਇੱਧਰਲੀਆਂ ਉੱਧਰਲੀਆਂ ਨਾ ਸੁਣੀਏ, ਨਾ ਬੋਲੀਏ, ਨਾ ਸੋਚੀਏ, ਨਾ ਕਰੀਏ। ਆਮੇਨ। ਜਦੋਂ ਆਪਾਂ ਤੁਰਦੇ ਫਿਰਦੇ ਪਰਮੇਸ਼ਵਰ ਦਾ ਹੀ ਵਚਨ ਬੋਲਦੇ ਆ, ਪਰਮੇਸ਼ਵਰ ਦੀਆਂ ਹੀ ਗੱਲਾਂ ਕਰਦੇ ਆ, ਪਰਮੇਸ਼ਵਰ ਦਾ ਹੀ ਜਿੱਦਾਂ ਕਹਿੰਦੇ ਧੰਨਵਾਦ ਕਰਦੇ ਆ ਇੱਕ ਇੱਕ ਸਾਹ ਦੇ ਲਈ, ਤਾਂ ਤੁਰਦੇ ਫਿਰਦੇ ਹੀ ਪਰਮੇਸ਼ਵਰ ਦੀ ਜਿਹੜੀ ਪਵਿੱਤਰ ਆਤਮਾ ਆਪਣੇ ਕੰਨ ਦੇ ਵਿੱਚ ਗੱਲਬਾਤ ਕਰਦੀ ਹੈ। ਆਪਣੇ ਕੰਨ ਖੁੱਲੇ ਰੱਖੀਏ। ਕਈ ਵਾਰੀ ਆਪਾਂ ਜਦੋਂ ਦੁਆ 'ਚ ਬੈਠੇ ਹੁੰਨੇ ਆ, ਉਦੋਂ ਪਵਿੱਤਰ ਆਤਮਾ ਆਪਣੇ ਨਾਲ ਗੱਲ ਕਰਨਾ ਸ਼ੁਰੂ ਕਰਦਾ ਆ, ਤੇ ਜਦੋਂ ਪਵਿੱਤਰ ਆਤਮਾ ਦੀ ਆਵਾਜ਼ ਸੁਣੇ ਤਾਂ ਉਹਨੂੰ ਕਦੇ ਵੀ ਅਣਸੁਣੀ ਨਾ ਕਰੀਏ, ਡਾਊਟ ਵੀ ਨਾ ਕਰੀਏ ਕਿ ਸ਼ਾਇਦ ਮੇਰੀ ਆਵਾਜ਼ ਆ। ਜੇ ਤੁਹਾਨੂੰ ਇਹ ਡਾਊਟ ਵੀ ਹੈ ਨਾ ਵੀ ਸ਼ਾਇਦ ਮੇਰੀ ਆਵਾਜ਼ ਹੈ, ਤੁਸੀਂ ਫਿਰ ਵੀ ਫੇਥ ਦੇ ਵਿੱਚ ਤੁਸੀਂ ਆਹ ਸਟੈਪ ਚੱਕ ਲਓ ਜੋ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ। ਗੋਡ ਵਿਲ ਬੈਕ ਯੂ ਅਪ। ਪਰਮੇਸ਼ਵਰ ਪਵਿੱਤਰ ਆਤਮਾ ਵਿਲ ਬੈਕ ਯੂ ਅਪ। ਪਵਿੱਤਰ ਆਤਮਾ ਤੁਹਾਡੇ ਪਿੱਛੇ ਜਾਏਗਾ, ਉਹ ਤੁਹਾਡਾ ਸਾਥ ਦੇਵੇਗਾ ਉਸ ਚੀਜ਼ ਨੂੰ ਬਰਕਤ ਦੇ ਵਿੱਚ ਬਦਲ ਦੇਣ ਦੇ ਲਈ। ਆਮੇਨ, ਹਾਲੇਲੂਇਆ। ਤੇ ਜਦੋਂ ਉਹ ਕਹਿੰਦਾ ਆ ਵੀ ਅਸੀਂ ਤਾਂ ਸਾਰੀ ਰਾਤ ਬੈਠੇ ਰਹੇ ਆ, ਉਹ ਕਹਿੰਦਾ ਪਰਮੇਸ਼ਵਰ ਅਸੀਂ ਤਾਂ ਸਾਰੇ ਜਾਣੇ ਬੈਠੇ, ਕੋਈ ਮੱਛੀ ਨਹੀਂ ਫੜੀ। ਜਿੱਦਾਂ ਅਸੀਂ ਵੀ ਕਹਿ ਦਈਏ ਵੀ ਪਰਮੇਸ਼ਵਰ ਮੁਸੀਬਤਾਂ 'ਚ ਪਏ ਆ, ਇੰਨਾ ਕੁਛ ਸਾਡੀ ਜ਼ਿੰਦਗੀ 'ਚ ਹੋਈ ਜਾ ਰਿਹਾ ਆ ਹੈ, ਤੇ ਤੁਸੀਂ ਹੁਣ ਸਾਨੂੰ ਕਹਿ ਰਹੇ ਹੋ ਹੁਣ ਉਧਰ ਜਾ ਕੇ ਗੱਲ ਕਰੋ ਜਿਹਦਾ ਕੋਈ ਲੈਣਾ ਦੇਣਾ ਨਹੀਂ ਸਾਡੀ ਸਿਚੁਏਸ਼ਨ ਦੇ ਨਾਲ ਇਸ ਵੇਲੇ, ਹੈ ਨਾ। ਆਪਾਂ ਆਪਣੇ ਦਿਮਾਗ 'ਚ ਜਿਹੜਾ ਸ਼ੈਤਾਨ ਆ ਉਹ ਇੰਨਾ ਕੁਛ ਪਾਉਂਦਾ ਆ, ਤਾਂ ਕਰਕੇ ਆਪਾਂ ਆਪਣੇ ਪਰਪਸ ਤੋਂ ਹਟ ਜੀਏ। ਤਾਂ ਕਰਕੇ ਜੇ ਪਰਮੇਸ਼ਵਰ ਇੱਕ ਵਾਰੀ ਆਪਾਂ ਨੂੰ ਯੂਜ਼ ਕਰੂਗਾ ਤੇ ਉਹਨੂੰ ਪਤਾ ਲੱਗੂਗਾ ਕਿ ਇਸ ਬੰਦੇ ਨੇ ਮੇਰੀ ਆਵਾਜ਼ ਸੁਣੀ, ਤਾਂ ਕਿੱਦਾਂ ਮੇਰੀ ਆਵਾਜ਼ ਸੁਣ ਕੇ ਉਹਦੇ ਤੇ ਐਕਟ ਕੀਤਾ, ਬਾਈ ਫੇਥ ਐਕਟ ਕੀਤਾ, ਪਰਮੇਸ਼ਵਰ ਹੋਰ ਦਰਵਾਜ਼ੇ ਖੋਲਣ ਲੱਗੂਗਾ। ਪਰਮੇਸ਼ਵਰ ਤੁਹਾਡੇ ਕੰਨਾਂ ਨੂੰ ਹੋਰ ਤਿੱਖਾ ਕਰੂਗਾ, ਹੋਰ ਸੈਂਸਿਟਿਵ ਕਰੂਗਾ ਆਪਣੀ ਆਵਾਜ਼ ਦੇ ਲਈ, ਤੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਪਰਮੇਸ਼ਵਰ ਦੀ ਆਵਾਜ਼ ਸੁਣਾਂਗੇ ਜੇ ਆਪਾਂ ਓਬੇ ਕਰਾਂਗੇ, ਜੇ ਆਪਾਂ ਓਬੀਡੀਐਂਟ ਰਹਾਂਗੇ, ਜੇ ਉਹਦੀ ਆਵਾਜ਼ ਨੂੰ ਸੁਣ ਕੇ ਵੀ ਅਣਸੁਣੀ ਨਾ ਕਹਾਂਗੇ। ਭਾਵੇਂ ਕੁਛ ਵੀ ਹੋਵੇ, ਆਪਾਂ ਨੂੰ ਪਤਾ ਹੈ ਵਚਨ ਦੱਸਦਾ ਆ ਕਿ ਪਰਮੇਸ਼ਵਰ ਦੇ ਲਈ ਕੁਛ ਵੀ ਨਾਮੁਮਕਿਨ ਨਹੀਂਗਾ। ਹਾਂ, ਟਾਈਮ ਆ, ਜਦੋਂ ਟਾਈਮ ਆ, ਕਦੋਂ ਆ, ਕਿੱਥੇ ਆ, ਕਿਉਂ ਆ, ਉਹ ਪਰਮੇਸ਼ਵਰ ਆਪਾਂ ਨੂੰ ਦੱਸਦਾ ਆ। ਆਮੇਨ। ਤੇ ਆਪਾਂ ਨੂੰ ਪੇਸ਼ੈਂਸ ਵੀ ਦਿੰਦਾ ਆ ਕਿ ਆਪਾਂ ਪੇਸ਼ੈਂਸ ਦੇ ਨਾਲ ਉਸ ਮੂਮੈਂਟ ਦੀ ਉਡੀਕ ਕਰੀਏ। ਆਮੇਨ, ਹਾਲੇਲੂਇਆ। शमोन ने कहा, स्वामी हमने सारी रात कठिन परिश्रम किया पर हमें कुछ नहीं मिला, किंतु तू कह रहा है इसलिए मैं जाल डाले देता हूं। हालेलुया। ਉਹ ਕਹਿੰਦਾ ਆ ਕਿ ਕਿਉਂਕਿ ਪਰਮੇਸ਼ਵਰ ਜਿੱਦਾਂ ਕਹਿ ਲਓ ਵੀ ਸ਼ਾਇਦ ਉਹਨੇ ਰਿਸਪੈਕਟ ਵੱਲੋਂ ਪਰਮੇਸ਼ਵਰ ਨੂੰ ਕਿਹਾ ਵੀ ਉਹਨਾਂ ਦੀ ਇੱਜ਼ਤ ਕਰਦੇ ਸੀ, ਸਵਾਮੀ ਇੱਜ਼ਤ ਕਰਦੇ ਸੀ ਉਹਨਾਂ ਦੀ, ਹੈ ਨਾ। ਉਹ ਕਹਿੰਦੇ ਵੀ ਪਰਮੇਸ਼ਵਰ ਤੂੰ ਕਹਿ ਰਿਹਾ ਹੈ ਤਾਂ ਇੱਕ ਵਾਰੀ ਹੋਰ ਟਰਾਈ ਕਰ ਲੈਂਦੇ ਆ, ਹੈ ਨਾ, ਇੱਕ ਵਾਰੀ ਹੋਰ ਟਰਾਈ ਕਰ ਲੈਂਦੇ ਆ ਕਿਉਂਕਿ ਤੁਸੀਂ ਸਾਨੂੰ ਕਹਿ ਰਹੇ ਹੋ। ਆਮੇਨ। ਤੇ ਉਹਨਾਂ ਨੇ ਜਦੋਂ ਜਾਲ ਪਾਇਆ, ਇਹ 5 ਦੇ 6ਵੇਂ ਦੇ ਵਿੱਚ ਆਪਾਂ ਪੜ੍ਹਦੇ ਹੈਗੇ ਆ, जब उन्होंने जाल फेंके तो बड़ी संख्या में मछलियां पकड़ी गई। वाओ, प्रेज द लॉर्ड, प्रेज द लॉर्ड। उनके जाल जैसे फट रहे थे। ਜਦੋਂ ਉਹਨਾਂ ਨੇ ਜਾਲ ਸਿੱਟਿਆ, ਪਰਮੇਸ਼ਵਰ ਦੀ ਆਵਾਜ਼ ਸੁਣ ਕੇ, ਆਪਣੀ ਅੰਡਰਸਟੈਂਡਿੰਗ ਨਾਲ ਨਹੀਂ, ਜਦੋਂ ਸਾਰੀ ਰਾਤ ਬੈਠੇ ਰਹੇ ਸੀਗੇ ਆਪਣੀ ਆਈਡੀਆ ਨਾਲ, ਆਪਣੀ ਅੰਡਰਸਟੈਂਡਿੰਗ ਨਾਲ, ਆਪਣੇ ਤਰੀਕੇ ਨਾਲ ਵੀ ਉਧਰ ਕਰ ਲੈਂਦੇ ਆ ਉਧਰ ਕਰ ਲੈਂਦੇ ਆ ਨਾ, ਜਦੋਂ ਉਹਨਾਂ ਨੇ ਪਰਮੇਸ਼ਵਰ ਦੀ ਆਵਾਜ਼ ਸੁਣ ਕੇ, ਵਚਨ ਜੋ ਪਰਮੇਸ਼ਵਰ ਦੇ ਮੂੰਹ ਚੋਂ ਨਿਕਲਿਆ, ਬਾਈਬਲ ਜੋ ਆਪਣੇ ਕੋਲੇ ਆ, ਇਹ ਪਰਮੇਸ਼ਵਰ ਦਾ ਵਚਨ ਆ,
ਇਹਨੂੰ ਪੜ੍ਹੀਏ, ਇਹ ਆਪਣੇ ਨਾਲ ਗੱਲਬਾਤ ਕਰਦਾ ਆ, ਵਚਨ ਪਰਮੇਸ਼ਵਰ ਦਾ ਆਪਾਂ ਨੂੰ ਦੱਸਦਾ ਆ ਕਿੱਧਰ ਨੂੰ ਜਾਣਾ ਆ, ਕਿਉਂ ਜਾਣਾ ਹੈ ਤੇ ਕਿਸ ਵੇਲੇ ਜਾਣਾ ਹੈ। ਮੈਨ ਆਪਾਂ ਨੂੰ ਡਿਸਰਨਮੈਂਟ ਦਿੰਦਾ ਆ, ਆਪਾਂ ਨੂੰ ਅੰਡਰਸਟੈਂਡਿੰਗ ਵਿਜ਼ਡਮ ਦਿੰਦਾ ਆ ਭਰਮੇਸ਼ਵਰ ਦਾ ਵਚਨ। ਜਦੋਂ ਪਰਮੇਸ਼ਵਰ ਦੇ ਮੂੰਹ ਚੋਂ ਵਚਨ ਨਿਕਲੇ ਕਿ ਉੱਥੇ ਜਾਲ ਪਾਓ, ਜਦੋਂ ਉਹਨਾਂ ਨੇ ਸੁਣੀ ਇਹ ਗੱਲ ਤੇ ਉਹਨਾਂ ਨੇ ਜਾਲ ਪਾਏ ਤੇ ਭਰਪੂਰੀ ਦੇ ਵਿੱਚ ਬਰਕਤ ਮਿਲੀ। ਇੰਨੀ ਬਰਕਤ ਮਿਲੀ ਕਿ ਉਹ ਜਿਹੜੇ ਜਾਲ ਸੀਗੇ ਉਹ ਫਟਦੇ ਜਾ ਰਹੇ ਸੀਗੇ, ਵੀ ਮਤਲਬ ਵੀ ਮੱਛੀਆਂ ਫੜਨ ਜੋਗੇ ਵੀ ਨਹੀਂ ਸੀਗੇ। ਹੁਣ ਇੰਨੀ ਜ਼ਿਆਦਾ ਉਹਨਾਂ ਨੂੰ ਉੱਥੇ ਬਰਕਤ ਮਿਲੀ ਹੈ। ਮੈਨ ਹਾਲੇਲੂਇਆ। ਤੁਸੀਂ ਸੋਚੋ ਜੇ ਇਸ ਵੇਲੇ ਪਤਰਸ, ਹੁਣ ਤੁਸੀਂ ਆਪੇ ਹੀ ਸੋਚੋ, ਜਦੋਂ ਤੁਸੀਂ ਜੇ ਫਰਜ਼ ਕਰ ਲਓ ਤੁਸੀਂ ਗ੍ਰੇਵਯਾਰਡ ਸ਼ਿਫਟ ਕੀਤੀ ਹੈ, ਰਾਤ ਦਾ ਕੰਮ ਕੀਤਾ ਹੈ, ਸਾਰੀ ਰਾਤ ਤੁਸੀਂ ਨੌਕਰੀ ਜੌਬ ਆਪਣੀ ਕੀਤੀ ਆ ਤੇ ਸਵੇਰ ਨੂੰ ਤੁਸੀਂ ਘਰੇ ਆਏ, ਤੇ ਜਦੋਂ ਤੁਸੀਂ ਸਵੇਰ ਨੂੰ ਘਰੇ ਆਏ ਤੁਸੀਂ ਇੰਨੇ ਥੱਕੇ ਹੋਏ ਹੋ, ਤੁਹਾਨੂੰ ਇੰਨੀ ਨੀਂਦ ਆ ਰਹੀ ਆ ਤੇ ਤੁਹਾਨੂੰ ਕਹਿ ਲਓ ਤੁਹਾਡੀ ਵਾਈਫ ਤੁਹਾਨੂੰ ਕਹਿੰਦੀ ਆ ਜਾਂ ਕੋਈ ਹੋਰ ਕਿਸੇ ਦਾ ਫੋਨ ਆਉਂਦਾ ਆ, ਕਹਿੰਦੇ ਆ ਮੇਰਾ ਨਾ ਅੱਜ ਅਸੀਂ ਮੂਵ ਹੋ ਰਹੇ ਆ, ਪਲੀਜ਼ ਤੁਸੀਂ ਮਾੜੀ ਜੀ ਹੈਲਪ ਕਰਾ ਦਿਓ ਤੇ ਮੂਵ ਕਰਾ ਦਿਓ। ਤੁਸੀਂ ਸੋਚੋ ਤੁਹਾਡੇ ਉੱਤੇ ਉਸ ਵੇਲੇ ਕੀ ਤੁਹਾਡੇ ਆਈਡੀਆ ਬਣ ਰਹੇ ਹੋਣੇ ਆ, ਕੀ ਤੁਹਾਡਾ ਸੁਭਾਅ ਹੋਣਾ, ਕਿੱਦਾਂ ਤੁਹਾਡੇ ਤੇ ਕੀ ਬੀਤਰੀ ਹੋਣੀ ਆ। ਤੁਸੀਂ ਕਹਿ ਸਕੋਗੇ ਕਿ ਹਾਂਜੀ ਕੋਈ ਗੱਲ ਨਹੀਂ, ਬਸ ਮੈਂ ਹੁਣੀ ਆਇਆ ਹੈ ਨਾ। ਤੇ ਜੇ ਉਸ ਵੇਲੇ ਪਤਰਸ ਆਹ ਕਹਿ ਦਿੰਦਾ ਵੀ ਪਰਮੇਸ਼ਰ ਸਾਰੀ ਰਾਤ ਦੇ ਥੱਕੇ ਟੁੱਟੇ ਪਏ ਆ, ਸਾਰੀ ਰਾਤ ਦੇ ਆਹ ਸਾਰਾ ਕੁਝ ਕਰੀ ਜਾ ਰਹੇ ਆ ਤੇ ਕੁਛ ਨਹੀਂ ਹੱਥ ਪੱਲੇ ਪਿਆ ਤੇ ਹੁਣ ਤੁਸੀਂ ਸਾਨੂੰ ਆਹ ਕਰਨ ਨੂੰ ਕਹਿ ਰਹੇ ਹੋ, ਇਹ ਵੀ ਮਤਲਬ ਵੀ ਪੂਰਾ ਨਵਾਂ ਜੌਬ ਆ, ਜਿੱਦਾਂ ਕਹਿ ਲਓ ਵੀ ਆਏ ਨਹੀਂਗਾ ਵੀ 1 ਮਿੰਟ 'ਚ ਹੋ ਕੇ ਆ ਜਾਣਾ ਉੱਥੇ, ਫਿਰ ਮਤਲਬ ਪੂਰੀ ਜਿਹੜਾ ਜੌਬ ਜਿਹੜਾ 9 to 5 ਉਹਨਾਂ ਦਾ ਹੈਗਾ ਆ ਉਹੀ ਦੁਬਾਰਾ ਦੁਹਰਾਣਾ ਆ, ਜਿੱਦਾਂ ਕਹਿ ਲਓ। ਤੇ ਉਹਨਾਂ ਨੇ ਤਾਂ ਜਾਲ ਜੂਲ ਵੀ ਧੋ ਲਿੱਤੇ ਹੈ ਨਾ, ਵੀ ਹੁਣ ਫੇਰ ਜਾ ਕੇ ਜਾਲ ਸਿੱਟਣੇ ਨੇ, ਫੇਰ ਉੱਥੇ ਵੇਟ ਕਰਨੀ ਆ ਮੱਛੀਆਂ ਫੜਨ ਦੀ, ਫੇਰ ਮਤਲਬ ਵੀ ਇਟਸ ਲਾਈਕ ਅ ਡਬਲ ਸ਼ਿਫਟ ਆਲਮੋਸਟ ਹੈ ਨਾ। ਪਰ ਜਦੋਂ ਬੰਦਾ ਇੰਨਾ ਥੱਕਿਆ ਹੁੰਦਾ ਆ ਫਿਰ ਉਦੋਂ ਡਬਲ ਸ਼ਿਫਟ ਨਹੀਂ ਲੱਗਦੀ। ਜੇ ਕਿਤੇ ਪਤਰਸ ਨਾ ਕਹਿ ਦਿੰਦਾ ਪਰਮੇਸ਼ਰ ਯਿਸੂ ਮਸੀਹ ਜੀ ਨੂੰ ਇੱਥੇ ਹੈ, ਫਿਰ ਤੁਸੀਂ ਅੰਦਾਜ਼ਾ ਲਾਓ ਉਹਦੀ ਕਿੰਨੀ ਬਰਕਤ ਜਿਹੜੀ ਹੈਗੀ ਆ ਉਹਦੀ ਖੁੰਝ ਜਾਂਦੀ ਹੈ। ਇਫ ਹੀ ਵੁਡ ਹੈਵ ਸੈਡ ਨੋ, he was gonna be losing that blessing that God had prepared for him, है ना। Amen। ਤਾਂ ਕਰਕੇ ਜ਼ਰੂਰੀ ਆ ਕਿ ਆਪਾਂ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਐਕਟ ਕਰੀਏ, ਬਾਈ ਫੇਥ ਐਕਟ ਕਰੀਏ ਕਿ ਪਰਮੇਸ਼ਵਰ ਵਿਲ ਆਲਵੇਜ਼ ਬੈਕ ਇਟ ਅਪ। ਪਰਮੇਸ਼ਵਰ ਹਮੇਸ਼ਾ ਪਿੱਛੇ ਜਾਊਗਾ, ਸਾਥ ਦਊਗਾ ਉਸ ਆਪਣੇ ਵਚਨ ਦੇ ਵਿੱਚ ਜੋ ਉਹਦੇ ਮੂੰਹ ਚੋਂ ਨਿਕਲਿਆ ਹੈ। ਮੈਨ ਹਾਲੇਲੂਇਆ। ਤੇ ਉਸ ਤੋਂ ਬਾਅਦ 5ਵੇਂ ਦੇ 7वें ਦੇ ਵਿੱਚ ਲਿਖਿਆ ਆ, 6वें ਦੇ ਵਿੱਚ ਲਿਖਿਆ ਸੀ, जब उन्होंने जाल फेंके तो बड़ी संख्या में मछलियां पकड़ी गई, उसने उनके जाल जैसे फट रहे थे। 7वें च लिखिया, सो उन्होंने दूसरी नावों में बैठे अपने साथियों को संकेत देकर सहायता के लिए पुकारा। वे आ गए और उन्होंने दोनों नावों पर इतनी मछलियां ला दी कि वे डूबने लगी। हालेलुया, प्रेज द लॉर्ड। ਆਪਾਂ ਕਹੀਏ ਇਹ ਦਿਸ ਇਜ਼ ਰਿਵਾਈਵਲ। ਹਾਲੇਲੂਇਆ। ਇਹ ਰਿਵਾਈਵਲ ਆ ਜਿਹੜੀ ਆਪਾਂ ਨੂੰ ਚਾਹੀਦੀ ਆ। ਇਹ ਰਿਵਾਈਵਲ ਕਿੱਦਾਂ ਹੋਣੀ ਆ? ਇਹ ਰਿਵਾਈਵਲ ਹੋਣੀ ਆ ਜਦੋਂ ਆਪਾਂ ਪਰਮੇਸ਼ਰ ਦਾ ਵਚਨ ਸੁਣਾਂਗੇ, ਤਿਆਰ ਆ ਜਦੋਂ ਆਪਾਂ ਪਰਮੇਸ਼ਰ ਦਾ ਵਚਨ ਸੁਣਨ ਦੇ ਲਈ, ਜਦੋਂ ਆਪਾਂ ਪਰਮੇਸ਼ਰ ਨੂੰ ਸਭ ਤੋਂ ਪਹਿਲਾਂ ਕਿ ਆਪਣੀ ਬੋਟ ਦੇ ਵਿੱਚ ਬੈਠਣ ਦਵਾਂਗੇ, ਹੈ ਨਾ। ਮੈਂ ਸੋਚ ਰਹੀ ਸੀਗੀ ਮੈਂ ਕਿ ਪਰਮੇਸ਼ਰ ਬਿਗਨਿੰਗ ਦੇ ਵਿੱਚ ਕਿਹਾ ਹੋਇਆ ਕਿ ਉੱਥੇ 2 ਕਿਸ਼ਤੀਆਂ ਖੜੀਆਂ ਸੀਗੀਆਂ ਤੇ ਪਰਮੇਸ਼ਰ ਜਾ ਕੇ ਸਾਈਮਨ ਪੀਟਰ ਦੀ ਕਿਸ਼ਤੀ ਦੇ ਵਿੱਚ ਜਾ ਕੇ, ਸ਼ਮੋਨ ਦੀ ਕਿਸ਼ਤੀ ਦੇ ਵਿੱਚ ਜਾ ਕੇ ਬੈਠ ਗਏ, ਹੈ ਨਾ। ਮੈਂ ਸੋਚ ਰਹੀ ਸੀਗੀ ਵੀ ਆਏ मतलब why so particular, है ना। फिर मेरे दिल ਦੇ ਵਿੱਚ ਆਇਆ ਵੀ ਮੇਬੀ ਸੋਚੋ ਤੁਸੀਂ ਜੇ ਪਤਰਸ ਉੱਥੇ ਹੀ ਮਨਾ ਕਰ ਦਿੰਦਾ ਬਿਗਨਿੰਗ 'ਚ ਕਿ ਨਹੀਂ ਸਵਾਮੀ ਵੀ ਤੁਸੀਂ ਉਹ ਦੂਸਰੀ ਕਿਸ਼ਤੀ ਦੇ ਵਿੱਚ ਬੈਠ ਜਾਓ, ਜਾਂ ਨਹੀਂ ਹਜੇ ਤੁਸੀਂ ਠਹਿਰ ਜਾਓ, ਹਜੇ ਕਿਸ਼ਤੀ ਸਾਫ਼ ਕਰਨੀ ਆ, ਹਜੇ ਅਸੀਂ ਪਹੁੰਚੇ ਹੀ ਆ, ਜਾਲ ਸਾਫ਼ ਕਰ ਰਹੇ ਆ, ਕਿਸ਼ਤੀ ਸਾਫ਼ ਕਰਨੀ ਆ, ਹੈ ਨਾ। ਸੋ ਪਲੀਜ਼ ਵੀ ਉਹ ਥੱਕਿਆ ਹੋਇਆ ਕੰਮ ਕਰਕੇ ਆਇਆ, ਕੋਈ ਗੱਲ ਬਣੀ ਨਹੀਂ, ਹੈ ਨਾ। ਉਹ ਖਿਜਾਈ ਜੀ ਦੇ ਵਿੱਚ ਦੇਖੋ ਉਹਦੀ ਕਿੰਨੀ ਬਰਕਤ ਉਹਨੇ ਗਵਾਉਣੀ ਸੀਗੀ। ਪਰਮੇਸ਼ਵਰ ਆਪਣੀ ਜਿੱਦਾਂ ਕਹਿ ਲਓ ਵੀ ਆਪਣੇ ਇਦਾਂ ਮੁਹਤਾਜ ਨਹੀਂਗੇ ਆਪਾਂ, ਵੀ ਆਰ ਨੋਬਡੀ, ਹੈ ਨਾ, ਵੀ ਆਰ ਨੋਬਡੀ। ਜੇ ਵਚਨ ਪਰਮੇਸ਼ਵਰ ਦਾ ਕਹਿੰਦਾ ਆ ਜੇ ਆਪਾਂ ਪਰਮੇਸ਼ਵਰ ਦਾ ਵਚਨ ਕਿਤੇ ਸਾਂਝਾ ਨਹੀਂ ਕਰਾਂਗੇ ਜਾਂ ਬੋਲਾਂਗੇ ਨਹੀਂ ਤੇ ਪੱਥਰ ਬੋਲ ਪੈਣਗੇ, ਹੈ ਨਾ। ਤੇ ਜੇ ਇੱਥੇ ਪਤਰਸ ਨਾ ਕਰ ਦਿੰਦਾ ਆ ਤਾਂ ਦੂਜੀ ਬੋਟ ਖੜੀ ਆ, है ना। जो बरकत परमेश्वर जी ने देनी आ ਉਹ ਦੇਣੀ ਹੋਈ ਆ, है ना। ਤੇ ਉਹ ਦੂਜੀ ਬੋਟ ਖੜੀ ਆ ਤੇ ਜੇ ਦੀ ਕਿਸੇ ਦੀ ਦੂਜੀ ਬੋਟ ਆ ਪਰਮੇਸ਼ਰ ਨੇ ਉਹੀ ਸਾਰਾ ਕੁਝ ਸ਼ਾਇਦ ਉਸ ਦੂਜੇ ਬੰਦੇ ਨੂੰ ਬਰਕਤ ਦੇ ਦੇਣੀ ਸੀਗੀ, है ना। ਸੋ
ਆਪਣੀ ਜਿਹੜੀ ਬੋਟ ਆ, ਆਪਣਾ ਦਿਲ ਆ ਜਿਹੜਾ, ਉਹਨੂੰ ਆਪਾਂ ਅਵੇਲੇਬਲ ਰੱਖੀਏ ਪਰਮੇਸ਼ਵਰ ਯਿਸੂ ਮਸੀਹ ਜੀ ਦੇ ਲਈ। ਆਮੇਨ, ਹਾਲੇਲੂਇਆ। ਜਦੋਂ ਪਰਮੇਸ਼ਵਰ ਜੀ ਆਪਣੀ ਬੋਟ ਦੇ ਵਿੱਚ ਕੁਝ ਪਾਉਂਦੇ ਨੇ, ਕੁਝ ਆਪਣੀ ਸਮਝ ਦੇ ਵਿੱਚ, ਆਪਣੇ ਕੰਨਾਂ ਦੇ ਵਿੱਚ ਕੋਈ ਅੱਖਰ ਪਾਉਂਦੇ ਨੇ, ਉਹਨਾਂ ਦਾ ਵਚਨ ਜਦੋਂ ਆਉਂਦਾ ਆ, ਉਸ ਨੂੰ ਸੁਣ ਕੇ ਬਾਏ ਫੇਥ ਓਬੇ ਕਰੀਏ। ਜਦੋਂ ਉਹਨੇ ਬੋਟ ਵੀ ਦੇਤੀ ਪਰਮੇਸ਼ਵਰ ਜੀ ਨੂੰ ਬੈਠਣ ਨੂੰ, ਤੇ ਖਿੱਚ ਕੇ ਪਰੇ ਨੂੰ ਵੀ ਕਰਤੀ, ਸਾਰਾ ਕੁਝ ਕਰਤਾ, ਉਦੋਂ ਤੱਕ ਹਜੇ ਉਹਨੂੰ ਕੁਛ ਨਹੀਂ ਸੀ ਪਤਾ ਵੀ ਕਿੰਨੀ ਵੱਡੀ ਬਰਕਤ ਆਉਣ ਵਾਲੀ ਆ, ਹੈ ਨਾ। ਤੇ ਫਿਰ ਵੀ ਉਹਨੇ ਆਪਣੀ ਖੁਸ਼ੀ ਦੇ ਨਾਲ, ਆਪਣੇ ਚੰਗੇ ਦਿਲ ਦੇ ਨਾਲ ਸਾਰਾ ਕੁਝ ਕਰੀ ਗਿਆ, ਉਹ ਜੋ ਵੀ ਕੁਛ ਆ, ਤੇ ਪਰਮੇਸ਼ਵਰ ਨੇ ਐਡੀ ਵੱਡੀ ਬਰਕਤ ਦਿੱਤੀ। ਆਮੇਨ, ਹਾਲੇਲੂਇਆ। ਤੇ ਜਿੱਦਾਂ ਹੁਣ ਅੱਗੇ ਲਿਖਿਆ, ਤੇ ਉਹ ਮੱਛੀਆਂ ਇੰਨੀਆਂ ਜ਼ਿਆਦਾ ਹੋ ਗਈਆਂ, ਤੇ ਉਹਨਾਂ ਨੇ ਦੂਜੇ ਜਿਹੜੇ ਪਰੇ ਮਛੁਆਰੇ ਸੀਗੇ, ਬੋਟਾਂ ਤੇ ਬੈਠੇ ਸੀਗੇ ਪਰੇ, ਉਹਨਾਂ ਨੂੰ ਵੀ ਸਾਰਿਆਂ ਨੂੰ ਹਾਕਾਂ ਮਾਰੀਆਂ ਵੀ ਆਓ ਆਓ ਸਾਡੀ ਹੈਲਪ ਕਰੋ, ਕਿਉਂਕਿ ਸਾਡੀਆਂ ਤਾਂ ਮਤਲਬ ਜਿਹੜੇ ਜਾਲ ਨੇ ਉਹ ਫਟਦੇ ਜਾ ਰਹੇ ਨੇ। ਤੇ ਮੱਛੀਆਂ ਖਿੱਚਣ ਦੇ ਵਿੱਚ, ਜਾਲ ਖਿੱਚਣ ਦੇ ਵਿੱਚ, ਆਪਦੇ ਵੀ ਸ਼ਾਇਦ ਉਹ ਜਾਲ ਲੈ ਕੇ ਆਏ, ਉਹਨਾਂ ਨੇ ਹੋਰ ਵੀ ਜਾਲ ਪਾਏ, ਤੇ ਉਹ ਮੱਛੀਆਂ ਸਾਰੀਆਂ ਜਿਹੜੀਆਂ ਫੜੀਆਂ ਗਈਆਂ। ਆਮੇਨ, ਹਾਲੇਲੂਇਆ। ਪਾਸਟਰ ਜੀ ਨੇ ਆਪਾਂ ਨੂੰ ਇਹ ਗੱਲ ਆਪਾਂ ਨੂੰ ਹਮੇਸ਼ਾ ਕਹਿੰਦੇ ਨੇ, ਤੇ ਇਹ ਗੱਲ ਉਹਨਾਂ ਨੇ ਆਪਾਂ ਨੂੰ ਪਿਛਲੇ ਹਫਤੇ ਜਦੋਂ ਪ੍ਰਚਾਰ ਕੀਤਾ ਸੀਗਾ, ਉਦੋਂ ਵੀ ਇਹ ਗੱਲ ਆਪਾਂ ਨੂੰ ਕਹੀ ਸੀਗੀ ਕਿ ਇੱਕ ਅਨੋਇੰਟਿੰਗ ਹੁੰਦੀ ਆ ਜਿਹੜੀ ਕੱਲੇ ਬੰਦੇ ਤੇ ਅਨੋਇੰਟਿੰਗ ਆ, ਪਰਮੇਸ਼ਵਰ ਦੀ ਅਨੋਇੰਟਿੰਗ ਆਈ ਹੋਈ ਆ। ਜਦੋਂ ਪਰਮੇਸ਼ਵਰ ਦਾ ਵਚਨ ਸਾਂਝਾ ਹੋ ਰਿਹਾ, ਜਾਂ ਬੰਦਾ ਜਾ ਕੇ ਮੂੰਹ ਖੋਲਦਾ ਆ, ਪਰਮੇਸ਼ਵਰ ਦਾ ਵਚਨ ਕਿਸੇ ਦੇ ਨਾਲ ਸਾਂਝਾ ਕਰਦਾ ਆ। ਆਮੇਨ। ਪਰ ਇੱਕ ਹੁੰਦੀ ਆ ਕੋਰਪੋਰੇਟ ਅਨੋਇੰਟਿੰਗ। ਇੱਥੇ ਮੈਨੂੰ ਕੋਰਪੋਰੇਟ ਅਨੋਇੰਟਿੰਗ ਦਿਖ ਰਹੀ ਆ, ਤੇ ਇੱਥੇ ਮੈਨੂੰ ਰਿਵਾਈਵਲ ਦਿਸ ਰਹੀ ਆ। ਆਮੇਨ। ਉਹਨਾਂ ਨੇ ਦੂਜਿਆਂ ਨੂੰ ਵੀ ਹਾਕਾਂ ਮਾਰੀਆਂ, ਕੋਰਪੋਰੇਟ ਇਕੱਠੇ ਹੋ ਕੇ ਉਹਨਾਂ ਨੇ ਇਹ ਕੰਮ ਕੀਤਾ, ਇਕੱਠੇ ਹੋ ਕੇ ਉਹਨਾਂ ਨੇ ਉਹ ਸਾਰੀਆਂ ਮੱਛੀਆਂ ਖਿੱਚੀਆਂ ਤੇ ਬਰਕਤ ਪਾਈ। ਕੱਲਾ ਜਾਣਾ ਨਹੀਂ ਸੀ ਕਰ ਸਕਦਾ, ਇਕੱਠੇ ਹੋ ਕੇ ਉਹਨਾਂ ਨੇ ਇਹ ਕੰਮ ਕੀਤਾ। ਪਾਸਟਰ ਜੀ ਕਹਿੰਦੇ ਨੇ ਜਿਹੜੀ ਕੋਰਪੋਰੇਟ ਅਨੋਇੰਟਿੰਗ ਹੈਗੀ ਆ, ਵਚਨ ਦੇ ਵਿੱਚ ਲਿਖਿਆ ਆ, ਤੇ ਉਹ ਬਹੁਤ ਹੀ ਬਰਕਤਾਂ ਵਾਲੀ ਅਨੋਇੰਟਿੰਗ, ਜਿਹੜੀ ਆਪਣੀ ਚਰਚ ਤੇ ਫੈਲੋਸ਼ਿਪ ਹੁੰਦੀ ਆ, ਜਿਹੜੀ ਉਹਦੇ ਤੇ ਅਨੋਇੰਟਿੰਗ ਆ, ਬਹੁਤ ਹੀ ਬਰਕਤਾਂ ਵਾਲੀ ਅਨੋਇੰਟਿੰਗ ਆ। ਪਰਮੇਸ਼ਰ ਦਾ ਵਚਨ ਕਹਿੰਦਾ ਆ, ਗੇਟਸ ਆਫ ਹੈਲ ਵਿਲ ਨਾਟ ਪ੍ਰਵੇਲ ਅਗੇਂਸਟ ਦ ਚਰਚ ਆਫ ਕ੍ਰਾਈਸਟ। ਕੱਲੇ ਬੰਦੇ ਅੱਗੇ ਨਹੀਂ, ਨਰਕ ਦੇ ਦਰਵਾਜ਼ੇ ਬੰਦ ਹੋ ਜਾਣਗੇ ਜਦੋਂ ਚਰਚ ਇਕੱਠਾ ਮਿਲ ਕੇ ਕੋਰਪੋਰੇਟ ਅਨੋਇੰਟਿੰਗ ਦੇ ਵਿੱਚ ਕੰਮ ਕਰਦਾ ਹੈ। ਆਮੇਨ, ਹਾਲੇਲੂਇਆ। ਰਿਵਾਈਵਲ ਉਦੋਂ ਆਊਗੀ ਜਦੋਂ ਕੱਲਾ ਬੰਦਾ ਕੰਮ ਕਰ ਰਿਹਾ, ਉਦੋਂ ਨਹੀਂ, ਜਦੋਂ ਸਾਰਾ ਚਰਚ, ਸਾਰੀ ਕਮਿਊਨਿਟੀ, ਸਾਰਾ ਦੇਸ਼, ਸਾਰਾ ਯੂਨੀਵਰਸ ਦੇ ਜਿਹੜੇ ਜਿੰਨੇ ਵੀ ਚਰਚਿਸ ਨੇ, ਯੂਨੀਵਰਸਲ ਚਰਚ, ਸਾਰੇ ਮਿਲ ਕੇ ਇਕੱਠੇ ਹੋ ਕੇ ਕੰਮ ਕਰਦੇ ਨੇ, ਉਦੋਂ ਰਿਵਾਈਵਲ ਆਉਂਦੀ ਆ। ਇਹ ਉਹਨਾਂ ਨੇ ਦੂਜਿਆਂ ਨੂੰ ਹਾਕਾਂ ਮਾਰੀਆਂ ਕਿ ਸਾਤੋਂ ਕੱਲਿਆਂ ਤੋਂ ਨਹੀਂ ਸੰਭਾਲ ਹੋਣਾ, ਤੁਸੀਂ ਆਓ ਐਜ਼ ਅ ਕੋਰਪੋਰੇਟ ਬਲੈਸਿੰਗ ਤੇ ਕੋਰਪੋਰੇਟ ਅਨੋਇੰਟਿੰਗ ਤੇ ਕੋਰਪੋਰੇਟ ਰਿਵਾਈਵਲ ਜਿਹੜੀ ਹੈਗੀ ਆ ਉਸ ਥਾਂ ਤੇ। ਤੋਂ ਆਪਾਂ ਨੂੰ ਕਿੰਨਾ ਸਿੱਖਣ ਨੂੰ ਮਿਲਦਾ ਆ ਕਿ ਕਿੰਨਾ ਜ਼ਰੂਰੀ ਆ ਕਿ ਆਪਾਂ ਇੱਕ ਦੂਜੇ ਦੇ ਨਾਲ ਜੁੜੇ ਰਹੀਏ, ਕਿੰਨਾ ਜ਼ਰੂਰੀ ਆ ਕਿ ਆਪਾਂ ਫੈਲੋਸ਼ਿਪ ਦੇ ਵਿੱਚ ਲੱਗੇ ਰਹੀਏ, ਇੱਕ ਦੂਜੇ ਨੂੰ ਇਨਕਰੇਜ ਕਰਦੇ ਰਹੀਏ, ਕਿੰਨਾ ਜ਼ਰੂਰੀ ਆ। ਕਿਉਂਕਿ ਸ਼ੈਤਾਨ ਆ ਜਿਹੜਾ, ਉਹ ਇੱਕ ਇੱਕ ਮੌਕੇ ਦੀ ਉਡੀਕ ਤੇ ਆ, ਉਹ ਇੱਕ ਇੱਕ ਮੌਕਾ ਵੇਟ ਕਰਦਾ ਆ ਕਿ ਕਦੋਂ ਕੋਈ ਬੰਦਾ ਕੱਲਾ ਹੋਵੇ ਤੇ ਉਹਨੂੰ ਪਾੜ ਖਾਵੇ। ਆਮੇਨ। ਤੇ ਇੰਨਾ ਬਚ ਕੇ ਆਪਾਂ ਰਹੀਏ ਕਿ ਆਪਾਂ ਜਿਹੜੇ ਬੋਡੀ ਆਫ ਕ੍ਰਾਈਸਟ ਆ, ਉਹ ਤੋਂ ਆਪਾਂ ਦੂਰ ਨਾ ਹੋ ਜਾਈਏ, ਉਹ ਤੋਂ ਆਪਾਂ ਅੱਡ ਨਾ ਹੋ ਜਾਈਏ, ਕਿਤੇ ਆਪਾਂ ਕੱਲੇ ਨਾ ਰਹਿ ਜਾਈਏ। ਆਮੇਨ, ਹਾਲੇਲੂਇਆ। ਅੱਜ ਮੈਨੂੰ ਪਰਮੇਸ਼ਰ ਨੇ ਮੌਕਾ ਦਿੱਤਾ ਕਿ ਮੈਂ ਪਰਮੇਸ਼ਰ ਦਾ ਵਚਨ ਸਾਂਝਾ ਕਰ ਰਹੀ ਹੈਗੀ ਆ। ਮੈਂ ਇੱਥੇ ਜੇ ਅੱਜ ਵਚਨ ਸਾਂਝਾ ਕਰ ਰਹੀ ਹਾਂ, ਜੇ ਆਪਣਾ ਮੂੰਹ ਖੋਲ ਰਹੀ ਹਾਂ, ਵਚਨ ਸੁਣਾ ਰਹੀ ਹਾਂ, ਮੈਂ ਕੱਲੀ ਕੁਛ ਨਹੀਂ ਕਰ ਰਹੀ। ਸਾਰਾ ਚਰਚ ਪਿੱਛੇ ਜਿਹੜੀ ਸਾਡੀ ਇੰਟਰਸੈਸ਼ਨ ਟੀਮ ਆ, ਉਹ ਸਾਰੀ ਦੁਆਵਾਂ ਦੇ ਵਿੱਚ ਆ, ਸਾਰਾ ਹਫਤਾ ਦੁਆਵਾਂ ਦੇ ਵਿੱਚ ਲੱਗੇ ਰਹੇ ਨੇ। ਉਹ ਜਿਹੜੀਆਂ ਇਕੱਠਿਆਂ ਨੇ ਦੁਆਵਾਂ ਕੀਤੀਆਂ ਨੇ, ਉਹ ਦੁਆਵਾਂ ਨੇ ਜਿਹੜੀਆਂ, ਉਹ ਪਰਮੇਸ਼ਰ ਦਾ ਵਚਨ ਸਾਂਝਾ ਕਰਨ ਦੇ ਵਿੱਚ ਮਦਦ ਕਰਦੀ ਆ। ਤੇ ਪਰਮੇਸ਼ਰ ਕਹਿੰਦਾ ਆ, ਫਿਰ ਜਦੋਂ ਤੁਸੀਂ ਸਾਰੀਆਂ ਦੁਆਵਾਂ ਕਰਕੇ, ਜਦੋਂ ਇਕੱਠੇ ਹੋ ਕੇ ਇੰਟਰਸੈਸ਼ਨ ਟੀਮ, ਜਿਹੜੇ ਸਾਡੇ ਲੀਡਰਸ ਨੇ, ਉਹ ਸਾਰੇ ਦੁਆਵਾਂ ਦੇ ਵਿੱਚ ਲੱਗੇ ਨੇ ਕਿ ਪਰਮੇਸ਼ਰ ਤਿਆਰ ਕਰ ਲੋਕਾਂ ਦੇ ਦਿਲਾਂ ਨੂੰ, ਕਿ ਜਦੋਂ ਉਹ ਵਚਨ ਸੁਣਨ, ਉਹਨਾਂ ਦੇ ਦਿਲ ਨੇ ਜਿਹੜੇ ਉਹ ਖੁਸ਼ੀ ਦੇ ਨਾਲ ਭਰ ਜਾਣ, ਬਿਮਾਰੀਆਂ ਟੁੱਟ ਜਾਣ, ਡਿਪਰੈਸ਼ਨ ਟੁੱਟ ਜਾਵੇ, ਉਹ ਬੰਧਨ ਜਿਹੜੇ ਸ਼ੈਤਾਨ ਕੋਸ਼ਿਸ਼ ਕਰ ਰਿਹਾ ਬੰਦੇ ਦੀ, ਉਹ ਟੁੱਟ ਜਾਣ, ਅੱਖਾਂ ਖੁੱਲ ਜਾਣ ਯਿਸੂ ਮਸੀਹ ਜੀ ਦੇ ਨਾਂ ਦੇ ਵਿੱਚ। ਇਹ ਦੁਆਵਾਂ ਹੋ ਰਹੀਆਂ ਨੇ ਸਾਰਾ ਹਫਤਾ, ਜਦੋਂ ਅਸੀਂ ਆ ਕੇ ਪਰਮੇਸ਼ਰ ਦਾ ਵਚਨ ਸਾਂਝਾ ਕਰਦੇ ਆ। ਇਹ ਇਕੱਲੇ ਬੰਦੇ ਦਾ ਕੰਮ ਨਹੀਂਗਾ, ਇਹ ਕੋਰਪੋਰੇਟ ਅਨੋਇੰਟਿੰਗ ਕੰਮ ਕਰਦੀ ਆ। ਸਾਰਾ ਚਰਚ ਜਿਹੜਾ ਹੈਗਾ ਆ, ਉਹ ਦੁਆਵਾਂ ਦੇ ਵਿੱਚ ਲੱਗਿਆ ਹੋਇਆ ਵਾ, ਉਹ ਕੰਮ ਕਰਦੀ ਆ, ਤੇ ਉਦੋਂ God will back it up। ਆਮੇਨ, ਹਾਲੇਲੂਇਆ। ਪਰਮੇਸ਼ਵਰ
ਪਰਮੇਸ਼ਵਰ ਜਿਹੜਾ ਆ ਉਹ ਉਦੋਂ ਸਾਥ ਦਿੰਦਾ ਆ। ਇੱਕ ਇੱਕ ਵਚਨ ਦੇ ਵਿੱਚ ਪਰਮੇਸ਼ਵਰ ਦਾ ਰੂਹ ਪਵਿੱਤਰ ਆਤਮਾ ਜਿੱਦਾਂ ਕਹਿ ਲਓ ਵੀ ਲਪੇਟ ਕੇ ਵਚਨਾਂ ਨੂੰ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਪਾਉਂਦਾ ਆ। ਬੀਜ ਜਿਹੜਾ ਆ ਉਹ ਬੋਇਆ ਜਾਂਦਾ ਆ। ਮੈਂ ਧੰਨਵਾਦ ਕਰਦੇ ਆ ਪਰਮੇਸ਼ਵਰ ਦਾ। ਪਰਮੇਸ਼ਵਰ ਮੈਂ ਧੰਨਵਾਦ ਕਰਦੀ ਆ ਹਰ ਇੱਕ ਉਹ ਭੈਣ ਭਰਾ ਜਿਹੜਾ ਇਸ ਵੇਲੇ ਕੋਰਪੋਰੇਟ ਅਨੋਇੰਟਿੰਗ ਦੇ ਵਿੱਚ ਆ, ਜਿਹੜਾ ਇਸ ਵੇਲੇ ਲੱਗੇ ਹੋਏ ਨੇ, ਚਰਚ ਦੇ ਨਾਲ ਲੱਗੇ ਹੋਏ ਨੇ ਕਿ ਜਿਹੜਾ ਤੇਰਾ ਵਚਨ ਆ ਇਹ ਦੁਨੀਆ ਦੇ ਅਖੀਰ ਤੱਕ, ਦੁਨੀਆ ਦੇ ਇੱਕ ਇੱਕ ਕੋਨੇ ਤੱਕ ਪਹੁੰਚ ਸਕੇ। ਪਰਮੇਸ਼ਵਰ ਤੇਰਾ ਹੀ ਧੰਨਵਾਦ ਕਰਦੀ ਹਾਂ। ਹਰ ਉਹ ਇੱਕ ਮਿਸ਼ਨਰੀ, ਹਰ ਉਹ ਪਾਸਟਰ, ਹਰ ਉਹ ਲੀਡਰ, ਹਰ ਉਹ ਮਸੀਹੀ ਜੋ ਤੇਰਾ ਵਚਨ ਇਸ ਵੇਲੇ ਸਾਂਝਾ ਕਰ ਰਿਹਾ ਹੈ, ਉਸ ਦੇ ਲਈ ਬਰਕਤ ਮੰਗਦੇ ਆ ਪਿਤਾ ਪਰਮੇਸ਼ਵਰ ਯਿਸੂ ਮਸੀਹ ਜੀ ਦੇ ਨਾਂ ਦੇ ਵਿੱਚ ਤੇਰੀ ਪ੍ਰੋਟੈਕਸ਼ਨ ਮੰਗਦੇ ਆ। ਆਮੀਨ 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 ਹਾਲੇਲੂਇਆ। ਜਿਹੜੀ ਫਿਸ਼ਿੰਗ ਆ ਨਾ ਇਹ ਇਦਾਂ ਆ ਜਿੱਦਾਂ ਪਵਿੱਤਰ ਆਤਮਾ ਆ। ਜਦੋਂ ਜਿੰਨਾ ਆਪਾਂ ਡੂੰਘਾਈ ਦੇ ਵਿੱਚ ਜਾ ਕੇ ਫਿਸ਼ਿੰਗ ਕਰਦੇ ਆ ਉੱਥੇ ਆਪਾਂ ਨੂੰ ਮੱਛੀ ਦਿਸ ਨਹੀਂ ਰਹੀ, ਪਰ ਆਪਾਂ ਨੂੰ ਪਤਾ ਮੱਛੀ ਉੱਥੇ ਹੀ ਆ। ਆਮੇਨ ਹਾਲੇਲੂਇਆ। ਜਿੰਨਾ ਆਪਾਂ ਉਹਦੇ ਬਾਰੇ ਸਿੱਖਦੇ ਆ ਪਵਿੱਤਰ ਆਤਮਾ ਦੇ ਬਾਰੇ, ਓਨੀ ਆਪਾਂ ਨੂੰ ਬਰਕਤ ਮਿਲਦੀ ਆ। ਜਿੰਨਾ ਜ਼ਿਆਦਾ ਆਪਾਂ ਪਰਮੇਸ਼ਵਰ ਦੇ ਵਿੱਚ ਵੱਧਦੇ ਆ ਜਾਂ ਜਿੰਨਾ ਜ਼ਿਆਦਾ ਆਪਾਂ ਫਿਸ਼ਿੰਗ ਦੀ ਨੌਲੇਜ ਪਾ ਲੈਂਦੇ ਆ, ਓਨਾ ਜ਼ਿਆਦਾ ਆਪਾਂ ਨੂੰ ਸਮਝ ਆਉਣ ਲੱਗ ਜਾਂਦੀ ਆ ਵੀ ਕਿਹੜੀ ਥਾਂ ਆ ਜਿੱਥੇ ਜਾ ਕੇ ਫਿਸ਼ਿੰਗ ਕਰਨੀ ਆ। ਉਦਾਂ ਹੀ ਜਿੱਦਾਂ ਆਪਾਂ ਪਵਿੱਤਰ ਆਤਮਾ ਦੇ ਵਿੱਚ ਅਨੋਇੰਟਿੰਗ ਦੇ ਵਿੱਚ ਉਹਦੀ ਆਵਾਜ਼ ਸੁਣਨ ਦੇ ਵਿੱਚ ਜਦੋਂ ਆਪਾਂ ਵਧਣ ਲੱਗ ਜਾਂਦੇ ਆ, ਉਦੋਂ ਆਪਾਂ ਨੂੰ ਸਮਝ ਆਉਣ ਲੱਗ ਜਾਂਦੀ ਆ ਵੀ ਕਿੱਥੇ ਜਾ ਕੇ ਫਿਸ਼ਿੰਗ ਕਰਨੀ ਆ, ਕਿੱਥੇ ਪਰਮੇਸ਼ਰ ਦਾ ਪ੍ਰਚਾਰ ਕਰਨਾ ਹੈ, ਕਿੱਥੇ ਆਪਣੀ ਟੈਸਟੀਮਨੀ ਸੁਣਾਉਣੀ ਆ ਤੇ ਕਿੱਥੇ ਪਰਮੇਸ਼ਰ ਦਾ ਵਚਨ ਸਾਂਝਾ ਕਰਨਾ ਹੈ। ਹਾਲੇਲੂਇਆ। ਜਿੰਨਾ ਜ਼ਿਆਦਾ ਆਪਾਂ ਪਰਮੇਸ਼ਵਰ ਦੀ ਆਵਾਜ਼ ਦੇ ਨਾਲ ਫੈਮਿਲੀਅਰ ਹੋਣ ਲੱਗ ਜਾਂਦੇ ਆ, ਉਨੀ ਜ਼ਿਆਦਾ ਬਰਕਤ ਆਪਾਂ ਨੂੰ ਮਿਲਣ ਲੱਗ ਜਾਂਦੀ ਹੈ। ਆਮੇਨ ਹਾਲੇਲੂਇਆ। ਉਹਨੇ ਪਤਰਸ ਨੇ ਕਿਹਾ ਜੇ ਤੂੰ ਕਹਿਣਾ ਆ ਪਰਮੇਸ਼ਵਰ ਤਾਂ ਫਿਰ ਅਸੀਂ ਇੱਕ ਵਾਰੀ ਫੇਰ ਉੱਥੇ ਜਾਲ ਪਾਉਂਦੇ ਆ। ਤਾਂ ਨਹੀਂ ਕਿਉਂਕਿ ਮੈਨੂੰ ਵਿਸ਼ਵਾਸ ਆ, ਤਾਂ ਨਹੀਂ ਕਿ ਮੈਨੂੰ ਸਮਝ ਆ ਗਈ ਆ ਵੀ ਮੈਂ ਉੱਥੇ ਜਾਲ ਕਿਉਂ ਪਾਉਣਾ ਆ, ਤਾਂ ਨਹੀਂ ਕਿ ਮੈਨੂੰ ਸੈਂਸ ਬਣ ਰਹੀ ਆ ਕਿ ਮੈਂ ਉੱਥੇ ਜਾਲ ਕਿਉਂ ਪਾਉਣਾ ਆ। ਨਾ 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 ਨਾ, ਇਹ ਸਭ ਕੁਝ ਨਹੀਂ। ਮੈਂ ਤਾਂ ਉੱਥੇ ਜਾਲ ਪਾਉਂ ਕਿਉਂਕਿ ਤੁਸੀਂ ਮੈਨੂੰ ਕਿਹਾ ਆ, ਤੁਸੀਂ ਮੈਨੂੰ ਕਿਹਾ। ਪਵਿੱਤਰ ਆਤਮਾ ਮੈਂ ਤਾਂ ਨਹੀਂ ਅਗਲੇ ਨੂੰ ਜਾ ਕੇ ਤੇਰਾ ਵਚਨ ਸੁਣਾਉਣਾ ਕਿਉਂਕਿ ਮੈਨੂੰ ਹੁਣ ਸਭ ਸਮਝ ਆ ਗਈ ਆ, ਮੈਂ ਜਾਣ ਹੋ ਗਿਆ ਆ। ਨਾ, ਤਾਂ ਨਹੀਂ ਕਿ ਮੈਨੂੰ ਸਭ ਸੈਂਸ ਬਣ ਰਹੀ ਆ ਜੋ ਕੁਝ ਮੈਂ ਕਹਿਣਾ ਆ ਜਾ ਕੇ। ਕਈ ਵਾਰੀ ਬਿਗਨਿੰਗ 'ਚ ਬੰਦਾ ਜਾ ਰਿਹਾ ਹੁੰਦਾ, ਹਜੇ ਤੱਕ ਕੁਝ ਦਿਮਾਗ ਜਿੱਦਾਂ ਕਹਿ ਲਓ ਵੀ ਕੰਮ ਹੀ ਨਹੀਂ ਕਰ ਰਿਹਾ ਹੁੰਦਾ ਵੀ ਜਾ ਕੇ ਕਹਿਣਾ ਕੀ ਆ, ਆਹੀ ਨਹੀਂ ਪਤਾ ਲੱਗ ਰਿਹਾ। ਪਰ ਬਾਈ ਫੇਥ ਜਦੋਂ ਜਾ ਕੇ ਆਪਾਂ ਆਪਣਾ ਮੂੰਹ ਖੋਲਦੇ ਆ ਉਦੋਂ ਆਪਾਂ ਕਹਿਣਾ ਪਰਮੇਸ਼ਰ ਮੈਂ ਤਾਂ ਜਾ ਰਿਹਾ ਕਿਉਂਕਿ ਤੂੰ ਮੈਨੂੰ ਭੇਜ ਰਿਹਾ ਆ। ਆਮੇਨ। ਤੇ ਹੁਣ ਇਹ ਤੇਰੇ ਹੱਥਾਂ ਦੇ ਵਿੱਚ ਆ ਪਰਮੇਸ਼ਰ, ਜਿੱਦਾਂ ਕਹਿ ਲਓ ਹੈ ਨਾ ਪਰਮੇਸ਼ਰ ਲਾਜ ਰੱਖੀ, ਤੂੰ ਹੀ ਸਾਰਾ ਕੁਝ ਕਰ। ਜਦੋਂ ਆਪਾਂ ਮੂੰਹ ਖੋਲਦੇ ਆ ਹੀ ਬੈਕਸ ਅਸ ਅਪ ਫॉर श्योर। ਪਰਮੇਸ਼ਵਰ ਜਿਹੜੇ ਹੈਗੇ ਨੇ ਉਹ ਕਦੇ ਵੀ ਆਪਾਂ ਨੂੰ ਕੱਲਾ ਨਹੀਂ ਛੱਡਣਗੇ, ਉਹ ਹਮੇਸ਼ਾ ਆਪਣਾ ਸਾਥ ਦੇਣ ਦੇ ਲਈ ਉੱਥੇ ਮੌਜੂਦ ਹੋਣਗੇ। ਇੱਕ ਇੱਕ ਅੱਖਰ ਜਿਹੜਾ ਆਪਣੇ ਮੂੰਹ ਦੇ ਵਿੱਚੋਂ ਨਿਕਲੇਗਾ ਉਹ ਮੂਹਰਲੇ ਬੰਦੇ ਨੂੰ ਛੂਏਗਾ। ਆਮੇਨ ਹਾਲੇਲੂਇਆ। ਆਮ ਸੋ ਐਕਸਾਈਟਿਡ ਐਜ਼ ਯੂ ਕੈਨ ਸੀ। ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਮੈਂ ਅੱਜ ਦੇ ਵਚਨ ਦੇ ਲਈ। ਆਮੇਨ ਹਾਲੇਲੂਇਆ। ਇਸ ਦੇ ਨਾਲ ਹੀ ਆਪਾਂ ਅੱਗੇ बढ़ते ਹੈਗੇ ਆ। ਜਿਹੜੀ 7वीं वर्ष ਆਪਾਂ पढ़ी हैगी आ वो हैगी आ सो उन्होंने दूसरे नावों में बैठे अपने साथियों को संकेत देकर सहायता के लिए बुलाया। वे आ गए और उन्होंने दोनों नावों पर इतनी मछलियां ला दी कि वे डूबने लगी। आमेन हालेलुया। कॉर्पोरेट अनॉइंटिंग इज वर्किंग माइटली हियर। हालेलुया। ते 5:8 ਦੇ ਵਿੱਚ ਹੈਗਾ ਹੈ जब शमौन पतरस ने यह देखा तो वह यीशु के चरणों में गिर कर ਬੋਲਾ। ਹਾਲੇਲੂਇਆ। ਜਦੋਂ ਦੇਖਿਆ ਸ਼ਮੂਨ ਨੇ ਵੀ ਇਹ ਕੀ ਹੋ ਗਿਆ, ਅਸੀਂ ਤਾਂ ਸਾਰੀ ਰਾਤ ਬੈਠੇ ਰਹੇ, ਅਸੀਂ ਤਾਂ ਆਪਣੇ ਟੱਬਰ ਵਾਲਿਆਂ ਨੂੰ ਸਾਰਿਆਂ ਨੂੰ ਜਾ ਕੇ ਵਚਨ ਦੱਸਿਆ, ਪਰ ਅੱਜ ਜਦੋਂ ਪਰਮੇਸ਼ਵਰ ਨੇ ਮੇਰੇ ਨਾਲ ਸਵੇਰੇ ਗੱਲ ਕੀਤੀ ਤੇ ਹੁਣ ਜਦੋਂ ਮੈਂ ਜਾ ਕੇ ਆਪਣੇ ਪਰਿਵਾਰ ਦੇ ਵਿੱਚ ਵਚਨ ਪਰਮੇਸ਼ਵਰ ਦਾ ਸਾਂਝਾ ਕੀਤਾ, ਆਲ ਦਾ ਸਡਨ ਉਹਨਾਂ ਦੇ ਕੰਨ ਖੁੱਲੇ, ਉਹਨਾਂ ਦੀਆਂ ਅੱਖਾਂ ਖੁੱਲੀਆਂ, ਉਹਨਾਂ ਦੇ ਅੱਖਾਂ 'ਚੋਂ ਹੰਝੂ ਬਹਿ ਰਹੇ ਨੇ, ਉਹਨਾਂ ਨੂੰ ਸਮਝ ਆ ਰਹੀ ਆ, ਉਹਨਾਂ ਨੂੰ ਫੀਲ ਹੋ ਰਿਹਾ, ਉਹਨਾਂ ਦੇ ਅੰਦਰ ਦਿਲ ਦੇ ਹਲਚਲ ਹੋ ਰਹੀ ਆ, ਪਵਿੱਤਰ ਆਤਮਾ ਕੰਮ ਕਰਨਾ ਸ਼ੁਰੂ ਹੋ ਗਿਆ। ਵਾਓ, ਵੀ ਇੱਕਦਮ ਇਹ ਕੀ ਹੋ ਗਿਆ। ਉਦੋਂ ਉਹਨੂੰ ਸ਼ਮੂਨ ਨੂੰ ਰੀਅਲਾਈਜ਼ ਹੋਇਆ ਕਿ ਵਾਓ ਪਰਮੇਸ਼ਵਰ ਇਹ ਕੀ ਇਦਾਂ ਹੋਇਆ, ਤੇ ਉਹ ਜਾ ਕੇ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਤੇ ਡਿੱਗ ਕੇ ਕਹਿੰਦਾ ਆ ਐਂਡ ਬੋਲਾ, प्रभु मैं एक पापी मनुष्य हूं।
मैं एक पापी मनुष्य हूं, तू मुझसे दूर ਰਹਿ। ਹਾਲੇਲੂਇਆ। ਜਦੋਂ ਉਹ ਵਚਨ ਜਿਹੜਾ ਆਪਾਂ ਸਾਂਝਾ ਕਰਦੇ ਆ, ਉਹ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਵਚਨ ਕਿਸੇ ਦੇ ਅੰਦਰ ਜਾਂਦਾ ਆ ਤੇ ਸੱਟ ਮਾਰਦਾ ਆ ਉਹ ਦਿਲ ਦੇ ਅੰਦਰ ਜਾ ਕੇ, ਉਦੋਂ ਉਸ ਬੰਦੇ ਨੂੰ ਅਹਿਸਾਸ ਹੁੰਦਾ ਆ ਕਿ ਮੈਂ ਪਾਪੀ ਇਨਸਾਨ ਆ। ਉਦੋਂ ਉਸ ਬੰਦੇ ਨੂੰ ਰੀਅਲਾਈਜ਼ ਕਰਦਾ ਆ ਉਹ ਬੰਦਾ ਕਿ ਮੈਂ ਤਾਂ ਪਾਪੀ ਇਨਸਾਨ ਆ। ਜਦ ਤੱਕ ਜਿਹੜੇ ਲੋਕ ਹੈਗੇ ਨੇ ਉਹ ਆਹ ਰੀਅਲਾਈਜ਼ ਹੀ ਨਾ ਕਰਨ ਕਿ ਮੈਂ ਪਾਪੀ ਇਨਸਾਨ ਆ, ਤਾਂ ਉਹ ਪਾਪਾਂ ਦੀ ਮਾਫੀ ਕਿੱਦਾਂ ਮੰਗਣਗੇ? ਪਾਪਾਂ ਦੀ ਮਾਫੀ ਕੋਈ ਨਹੀਂ ਮੰਗ ਸਕਦਾ ਜਦ ਤੱਕ ਬੰਦਾ ਰੀਅਲਾਈਜ਼ ਨਾ ਕਰੇ ਕਿ ਹਾਂ ਮੈਂ ਪਾਪੀ ਇਨਸਾਨ ਆ। ਤੇ ਇਹ ਪਵਿੱਤਰ ਆਤਮਾ ਹੀ ਆ ਜੋ ਅਗਲੇ ਦੇ ਦਿਲ ਦੇ ਵਿੱਚ ਜਾ ਕੇ ਇਹ ਕੰਮ ਕਰਨਾ ਸ਼ੁਰੂ ਕਰ ਸਕਦਾ ਆ ਕਿ ਹਾਂ ਕਿ ਮੈਂ ਪਾਪੀ ਇਨਸਾਨ ਆ, ਕਿ ਮੈਂ ਆਹ ਕੀਤਾ, ਮੈਂ ਉਹ ਕੀਤਾ। ਉਹ ਸਾਰੇ ਪਾਪ ਬੰਦੇ ਦੇ ਦਿਮਾਗ 'ਚ ਆਉਣ ਲੱਗ ਜਾਂਦੇ ਨੇ ਜਦੋਂ ਉਹ ਬੰਦਾ ਪਰਮੇਸ਼ਵਰ ਦੇ ਲਈ ਆਪਣਾ ਦਿਲ ਖੋਲਦਾ ਆ। ਮੈਨ ਜਿੱਦਾਂ ਪਾਸਟਰ ਜੀ ਇੱਕ ਵਾਰੀ ਸੁਣਾਉਂਦੇ ਹੁੰਦੇ ਨੇ ਕਿ ਕਿਸੇ ਦੇ ਕੋਲੇ ਗੱਲਬਾਤ ਹੋ ਰਹੀ ਸੀ ਜਾਂ ਕਿਸੇ ਨੂੰ ਪਰਮੇਸ਼ਵਰ ਦਾ ਵਚਨ ਸਾਂਝਾ ਕੀਤਾ ਤੇ ਦੱਸਿਆ ਗਿਆ ਹੈ ਨਾ ਕਿ ਪਰਮੇਸ਼ਵਰ ਪਾਪੀਆਂ ਦੇ ਲਈ ਆਇਆ ਆ, ਹੈ ਨਾ। ਤੇ ਅਗਲੇ ਨੇ ਮੂਹਰੋਂ ਹੱਥ ਜੋੜ ਕੇ ਕਿਹਾ ਵੀ ਫੇਰ ਤੁਸੀਂ ਸਾਡੇ ਕੋਲੇ ਕਿਉਂ ਆਏ ਹੋ, ਪਾਪੀਆਂ ਕੋਲੇ ਹੀ ਜਾਓ। ਉਸ ਬੰਦੇ ਨੂੰ ਅਹਿਸਾਸ ਹੀ ਨਹੀਂਗਾ ਕਿ ਉਹ ਬੰਦਾ ਵੀ ਪਾਪੀ ਇਨਸਾਨ ਆ। ਉਹ ਸਭ ਪਾਪੀ ਨੇ, ਕੋਈ ਵੀ ਪਾਪ ਤੋਂ ਰਹਿਤ ਨਹੀਂਗਾ। ਪਰਮੇਸ਼ਵਰ ਦਾ ਵਚਨ ਦੱਸਦਾ ਹੈ ਆਪਾਂ ਨੂੰ, ਮੈਨ। ਤੇ ਉਹ ਜਦ ਤੱਕ ਉਹ ਚੀਜ਼ ਬੰਦੇ ਨੂੰ ਪਤਾ ਨਾ ਲੱਗੇ ਕਿ ਮੈਂ ਪਾਪੀ ਇਨਸਾਨ ਆ, ਤਦ ਹੀ ਬੰਦਾ ਪਾਪ ਦੇ ਲਈ ਮਾਫੀ ਨਹੀਂ ਮੰਗ ਸਕਦਾ। ਤਦ ਹੀ ਬੰਦਾ ਆਪਣਾ ਦਿਲ ਪਰਮੇਸ਼ਵਰ ਲਈ ਨਹੀਂ ਖੋਲ ਸਕਦਾ, ਉਹਨੂੰ ਮੁਕਤੀ ਦਾਤਾ ਨਹੀਂ ਸਵੀਕਾਰ ਕਰ ਸਕਦਾ, ਕਿਉਂਕਿ ਉਹ ਮੰਨ ਹੀ ਨਹੀਂ ਰਿਹਾ। ਉਹਨੂੰ ਅਹਿਸਾਸ ਹੈ ਹੀ ਨਹੀਂ ਵੀ ਮੇਰੇ 'ਚ ਕੁਛ ਗੜਬੜ ਆ, ਮੇਰੇ 'ਚ ਕੁਛ ਗਲਤੀ ਆ, ਜਾਂ ਮੈਂ ਜੋ ਵੀ ਕੋਈ ਪਾਪ ਲਾ ਲਓ, ਹੈ ਨਾ। ਵੀ ਉਹ ਬੰਦੇ ਨੂੰ ਹੈ ਹੀ ਨਹੀਂ, ਆਈਡੀਆ ਹੀ ਨਹੀਂਗਾ। ਜੇ ਆਈਡੀਆ ਹੀ ਨਹੀਂਗਾ ਤਾਂ ਫਿਰ ਬੰਦਾ ਆਪਣੇ ਆਪ ਨੂੰ ਬਦਲੂਗਾ ਕਿੱਦਾਂ, ਕਿਉਂਕਿ ਉਹਨੂੰ ਪਤਾ ਹੀ ਨਹੀਂਗਾ ਵੀ ਉਹ ਗਲਤ ਕੀ ਹੈ ਨਾ, ਪਾਪ ਕਿੱਥੇ ਆ। ਸੋ जब शमून पतरस ने यह देखा तो वह यीशु के चरणों में गिर कर बोला, प्रभु मैं एक पापी मनुष्य हूं, तू मुझसे दूर रह। उसने यह इसलिए कहा कि इतनी मछलियां बटोर पाने के कारण उसे और उसके सभी साथियों को बहुत आश्चर्य हो रहा था। वो हैरान हो रहे सीगे कि वाओ यह परमेश्वर आ, परमेश्वर की कुछ कर सकदा आ। ਪਾਣੀ ਦੇ ਵਿੱਚ ਆਪਾਂ ਨੂੰ ਮੱਛੀਆਂ ਨਹੀਂ ਦਿਸਦੀਆਂ। ਜਦੋਂ ਆਪਾਂ ਫਿਸ਼ਿੰਗ ਵੀ ਡੀਪ ਪਾਣੀ 'ਚ ਕਰਨ ਜਾਂਦੇ ਆ, ਆਪਾਂ ਨੂੰ ਨਹੀਂ ਪਤਾ ਐਗਜ਼ੈਕਟਲੀ ਕਿੱਥੇ ਨੇ ਨਾ, ਆਪਾਂ ਕੰਡਾ ਪਾ ਕੇ ਵੇਟ ਕਰਦੇ ਆ। ਪਰਮੇਸ਼ਰ ਨੂੰ ਬਾਹਰ ਖੜੇ ਨੂੰ ਪਤਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਕੰਡਾ ਪਾਓ, ਉੱਥੇ ਤੁਸੀਂ ਜਾਲ ਆਪਦੇ ਪਾਓ ਤਾਂ ਉੱਥੇ ਮੱਛਲੀਆਂ ਮਿਲਣਗੀਆਂ। ਤੇ ਉਹ ਇੰਨੇ ਹੈਰਾਨ, ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਡਿੱਗ ਪਏ ਕਿ ਅਸੀਂ ਪਾਪੀ ਇਨਸਾਨ ਆ। ਪਰਮੇਸ਼ਰ ਮੈਂ ਪਾਪੀ ਇਨਸਾਨ ਆ। ਪਤਰਸ ਕਹਿੰਦਾ ਮੇਰੇ ਤੋਂ ਦੂਰ ਰਹਿ। ਪਰ ਪਰਮੇਸ਼ਵਰ ਕਹਿੰਦਾ ਆ ਮੈਂ ਇਹਨਾਂ ਪਾਪੀਆਂ ਲਈ ਹੋਈ, ਮੈਂ ਤੁਹਾਡੇ ਲਈ ਹੋਈ ਆਇਆ ਆ, ਪਾਪੀਆਂ ਲਈ ਹੋਈ ਆਇਆ ਆ, ਤਾਂ ਕਰਕੇ ਤੁਸੀਂ ਮੇਰੇ 'ਚ ਵਿਸ਼ਵਾਸ ਕਰਕੇ ਮੁਕਤੀ ਪਾ ਸਕੋ, ਮੇਰੇ 'ਚ ਵਿਸ਼ਵਾਸ ਕਰਕੇ ਤੁਸੀਂ ਆਪਣੇ ਸਾਰੇ ਪਾਪਾਂ ਦੀ ਮਾਫੀ ਮੰਗ ਸਕੋ, ਜਿਹੜੇ ਪਾਪ ਤੁਹਾਡੇ ਅੰਦਰ ਹੈਗੇ ਨੇ ਧੁੱਲ ਸਕਣ। ਤਾਂ ਕਰਕੇ ਰੋਜ਼ ਦੀ ਰੋਜ਼ ਆਪਾਂ ਪਾਪਾਂ ਦੀ ਮਾਫੀ ਮੰਗਦੇ ਆ, ਕਿਉਂਕਿ ਆਪਾਂ ਆਪਣੀ ਬਾਈ ਨੇਚਰ ਆਪਾਂ ਪਾਪੀ ਆ, ਹਿਊਮਨ ਆ, ਆਪਾਂ ਪਾਪੀ ਆ। ਆਦਮ ਤੋਂ ਲੈ ਕੇ ਪਾਪ ਚੱਲਦਾ ਆ ਰਿਹਾ ਹੈ ਆਪਣੇ ਵਿੱਚ, ਤੇ ਇਹ ਆਪਾਂ ਰੋਜ਼ ਦੀ ਰੋਜ਼ ਗਲਤੀ ਕਰ ਲੈਂਦੇ ਆ। ਸੋਚਾਂ 'ਚ ਗਲਤੀ ਹੋ ਜਾਂਦੀ ਆ, ਬੋਲਣ 'ਚ ਗਲਤੀ ਹੋ ਜਾਂਦੀ ਆ, ਸੁਣਨ 'ਚ ਗਲਤੀ ਹੋ ਜਾਂਦੀ ਆ, ਦੂਜਿਆਂ ਦੇ ਲਈ ਬੁਰਾ ਸੋਚ ਲੈਂਦੇ। ਮਤਲਬ ਕਿੰਨਾ ਕੁਛ ਹੁੰਦਾ। ਰੋਜ਼ ਦੀ ਰੋਜ਼ ਉੱਠ ਕੇ ਪਰਮੇਸ਼ਰ ਮਾਫ ਕਰ, ਸਾਡੇ ਪਾਪਾਂ ਨੂੰ ਧੋ, ਪਰਮੇਸ਼ਰ ਸਾਨੂੰ ਸਾਫ਼ ਕਰ ਕਿ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਬੈਠਣ ਜੋਗੇ ਹੋ ਸਕੀਏ, ਹੈ ਨਾ। ਤੇ ਪਰਮੇਸ਼ਰ ਦਾ ਹੀ ਧੰਨਵਾਦ ਕਰਦੇ ਆ, ਉਹਦੀ ਦਇਆ, ਉਹਦੀ ਕਿਰਪਾ, ਉਹਦੀ ਮਿਹਰ ਦੇ ਲਈ। ਹਾਲੇਲੂਇਆ। ਉਸ ਤੋਂ ਅੱਗੇ 5ਵੇਂ ਤੇ 8ਵੇਂ ਦੇ 5ਵੇਂ ਤੇ 9ਵੇਂ ਦੇ ਵਿੱਚ ਲਿਖਿਆ ਹੋਇਆ ਆ। 9ਵੇਂ ਤੇ 10ਵੇਂ ਦੇ ਵਿੱਚ जब्दी के पुत्र याकूब और यूहन्ना को भी बहुत आश्चर्य हुआ कि इन्नियां मच्छियां एकदम किदां फड़ियां गईयां। तो यीशु ने शमौन से कहा मत डर। परमेश्वर जी पीटर नू, साइमन नू, शमौन नू कहंदे ने डर ना, घबरा ना, क्योंकि अब से आगे तू मनुष्य को बटोरा करेगा। हालेलुया। यू विल बी द फिशरमैन ऑफ मेन।
ਆਮੇਨ ਹਾਲੇਲੂਇਆ। ਤੇ ਇਹੀ ਪਰਮੇਸ਼ਰ ਆਪਾਂ ਨੂੰ ਵੀ ਕਹਿੰਦੇ ਨੇ, ਡਰੀਏ ਨਾ, ਘਬਰਾਈਏ ਨਾ। ਕੀ ਕਮੇ ਹੋਣਾ ਆ ਆਪਣੇ ਪਰਿਵਾਰਾਂ ਦੇ ਵਿੱਚ, ਕਦੋਂ ਮੁਕਤੀ ਆਉਣੀ ਆ। ਆਪਣਾ ਇੱਕ ਇੱਕ ਪਰਿਵਾਰ, ਰਿਸ਼ਤੇਦਾਰ, ਜਿਹੜੇ ਲੋਕ ਸਾਨੂੰ ਦੇਖਣਾ ਨਹੀਂ ਪਸੰਦ ਕਰਦੇ, ਉਹ ਵੀ ਬਚਾਏ ਜਾਣਗੇ। ਜਿੱਦਾਂ ਵੀ ਬਚਾਏ ਜਾਣਗੇ, ਕਦੋਂ ਬਚਾਏ ਜਾਣਗੇ, ਆਪਾਂ ਨੂੰ ਕੁਝ ਨਹੀਂ ਪਤਾ, ਪਰ ਪਰਮੇਸ਼ਵਰ ਨੂੰ ਸਭ ਪਤਾ ਆ। ਆਮੇਨ ਹਾਲੇਲੂਇਆ। ਸਿਰਫ ਜੋ ਆਪਾਂ ਕਰਨਾ ਆ ਕਿ ਆਪਾਂ ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਨਹੀਂ ਕਰਨੀ, ਪਰਮੇਸ਼ਵਰ ਦਾ ਵਚਨ ਸੁਣਨਾ ਆ। ਆਪਾਂ ਆਪਣੇ ਆਪ ਨੂੰ ਤਿਆਰ ਕਰਨਾ ਆ ਕਿ ਆਪਾਂ ਵਚਨ ਜਿਹੜਾ ਪਰਮੇਸ਼ਵਰ ਦਾ ਹੈਗਾ ਆ ਉਹ ਸੁਣ ਕੇ ਆਪਾਂ ਅੱਗੇ ਕੰਮ ਕਰਦੇ ਰਹੀਏ। ਇੱਕ ਵਾਰੀ ਫੇਰ ਯਾਦ ਕਰਦੇ ਹਾਂ, ਕੋਰਪੋਰੇਟ ਅਨੋਇੰਟਿੰਗ ਇਜ਼ ਵੈਰੀ ਇੰਪੋਰਟੈਂਟ, ਹੈ ਨਾ। ਤੇ ਇਹਦੇ ਨਾਲ ਹੀ ਇੱਕ ਹੋਰ ਜਿਹੜਾ ਵਚਨ ਹੈਗਾ ਆ, ਮੈਂ ਉਹ ਵੀ ਪੜ੍ਹ ਰਹੀ ਸੀਗੀ, ਉਹਨੂੰ ਬਹੁਤਾ ਲੰਬਾ ਨਹੀਂ ਲੈ ਕੇ ਜਾਵਾਂਗੇ, ਥੋੜੇ ਜਿਹੇ ਦੇ ਵਿੱਚ ਐਕਸਪਲੇਨ ਕਰਾਂਗੇ। ਉਹਦੇ 'ਚ ਵੀ ਆਪਾਂ ਨੂੰ ਦਿਸਦੀ ਆ ਕੋਰਪੋਰੇਟ ਅਨੋਇੰਟਿੰਗ ਦੀ ਬਲੈਸਿੰਗ। ਆਮੇਨ ਹਾਲੇਲੂਇਆ। ਐਸਤਰ ਦੀ ਕਿਤਾਬ ਜਿਹੜੀ ਹੈਗੀ ਆ, ਉਹਦਾ ਆਪਾਂ ਚੌਥਾ ਚੈਪਟਰ ਖੋਲਦੇ ਹੈਗੇ ਆ। ਪਰ ਜਿਹੜੀ ਐਸਤਰ ਦੀ ਕਹਾਣੀ ਹੈਗੀ ਆ, ਆਪਾਂ ਨੂੰ ਪਤਾ ਹੈਗਾ ਆ ਕਿ ਕਿੱਦਾਂ ਜਿਹੜਾ ਮੋਰਦੇਕਾਈ ਸੀਗਾ, ਮੋਰਦੇਕਾਈ ਉਹਨੇ ਐਸਤਰ ਨੂੰ ਅਡਾਪਟ ਕੀਤਾ ਹੋਇਆ ਸੀ। ਕਿੱਦਾਂ ਸਾਰੀ ਕਹਾਣੀ ਦਾ ਆਪਾਂ ਨੂੰ ਪਤਾ ਹੈ, ਕਿੱਦਾਂ ਕਰਕੇ ਐਸਤਰ ਜਿਹੜੀ ਹੈਗੀ ਉਹ ਰਾਜੇ ਦੀ ਰਾਣੀ ਬਣ ਜਾਂਦੀ ਹੈ। ਆਮੇਨ ਹਾਲੇਲੂਇਆ। ਜਦੋਂ ਉਹ ਰਾਜੇ ਦੀ ਰਾਣੀ ਬਣ ਗਈ, ਠੀਕ ਆ, ਤੇ ਉਹ ਜਿਹੜਾ ਮੋਰਦੇਕਾਈ ਸੀਗਾ ਉਹ ਰਾਜੇ ਦੇ ਗੇਟ ਤੇ ਖੜਾ ਹੁੰਦਾ ਆ, ਹੈ ਨਾ। ਤੇ ਉਹ ਜਿਹੜਾ ਉਹਦਾ ਰਾਜੇ ਦਾ ਜਿਹੜਾ ਖਾਸ ਬੰਦਾ ਸੀਗਾ, ਹਮਾਨ, ਉਹ ਬੰਦਾ ਜਦੋਂ ਉੱਥੋਂ ਨਿਕਲਦਾ ਆ ਤੇ ਮੋਰਦੇਕਾਈ ਉਹਨੂੰ ਸਲਾਮ ਨਹੀਂ ਕਰਦਾ, ਹੈ ਨਾ। ਉਹਨੂੰ ਸਲਾਮ ਨਹੀਂ ਕਰਦਾ, ਤਾਂ ਕਰਕੇ ਉਹਨੂੰ ਬਹੁਤ ਔਖਾ ਲੱਗਦਾ, ਉਹਨੂੰ ਗੁੱਸਾ ਚੜਦਾ ਹੈ ਵੀ ਸਾਰੇ ਮੇਰੇ ਅੱਗੇ ਝੁਕ ਰਹੇ ਨੇ ਤੇ ਇਹ ਮੇਰੇ ਅੱਗੇ ਝੁਕ ਨਹੀਂ ਰਿਹਾ। ਫਿਰ ਉਹਨੂੰ ਪਤਾ ਲੱਗਦਾ ਵੀ ਉਹ ਯਹੂਦੀ ਆ, ਜੂ ਆ, ਤੇ ਉਹ ਯਹੂਦੀ ਬੰਦਾ ਕਹਿੰਦਾ ਮੇਰੇ ਅੱਗੇ ਝੁਕ ਨਹੀਂ ਰਿਹਾ। ਐਨੀਵੇ ਸਾਰੀ ਗੱਲਬਾਤ ਹੁੰਦੀ ਆ ਕਿ ਉਹ ਇੱਕ ਪਲਾਨ ਕਰਦਾ ਆ, ਉਹਦੇ ਵਿੱਚ ਰਾਜੇ ਨੂੰ ਵੀ ਇਨਵੋਲਵ ਕਰ ਲੈਂਦਾ ਆ। ਤੇ ਉਹ ਪਲਾਨ ਹੁੰਦੀ ਆ ਕਿ ਸਾਰੇ ਜਿਹੜੇ ਉਸ ਕਿੰਗਡਮ ਦੇ ਯਹੂਦੀ ਲੋਕ ਨੇ, ਉਹਨੇ ਸਾਰਿਆਂ ਨੂੰ ਮਰਵਾ ਦੇਣਾ ਆ, ਹੈ ਨਾ। ਤੇ ਉਹ ਜਦੋਂ ਗੱਲ ਪਹੁੰਚਦੀ ਆ ਮੋਰਦੇਕਾਈ ਦੇ ਕੋਲੇ, ਮੋਰਦੇਕਾਈ ਤੇ ਸਾਰੇ ਜਿਹੜੇ ਯਹੂਦੀ ਹੁੰਦੇ ਨੇ ਉਹ ਬਿਲਕੁਲ ਘਬਰਾ ਜਾਂਦੇ ਨੇ ਵੀ ਇਹ ਕੀ, ਹੈ ਨਾ, ਕਿਉਂਕਿ ਉਹ ਕਾਫੀ ਪਾਵਰ ਵਾਲਾ ਬੰਦਾ ਸੀਗਾ। ਜੇ ਉਹ ਇਹ ਡਿਸਾਈਡ ਕਰ ਰਿਹਾ ਆ ਤਾਂ ਉਹ ਕਰ ਵੀ ਸਕਦਾ ਸੀਗਾ, ਹੈ ਨਾ। ਤੇ ਉਸ ਤੋਂ ਬਾਅਦ ਜਦੋਂ ਮੋਰਦੇਕਾਈ ਹੈਗਾ, ਉਹ ਸਾਰਾ ਕੁਝ ਐਸਟਰ ਨੂੰ ਦੱਸਦਾ ਆ, ਮੈਸੇਜ ਪਹੁੰਚਾਉਂਦਾ ਆ ਵੀ ਇਦਾਂ ਕਰਕੇ ਹੋ ਰਿਹਾ ਆ, ਤੇ ਵੀ ਕੁਛ ਕਰ, ਤੂੰ ਜਾ ਰਾਜੇ ਕੋਲੇ ਜਾ। ਉਹ ਕਹਿੰਦੀ ਆ ਵੀ ਮੈਂ ਬਿਨਾਂ ਪਰਮਿਸ਼ਨ ਤੋਂ, ਰਾਜੇ ਦੇ ਆਪਦੇ ਬੁਲਾਏ ਤੋਂ ਬਿਨਾ ਮੈਂ ਰਾਜੇ ਕੋਲੇ ਨਹੀਂ ਜਾ ਸਕਦੀ, ਹੈ ਨਾ। ਤੇ ਮੋਰਦੇਕਾਈ ਉਹਨੂੰ ਕਹਿੰਦਾ ਆ 4:14 ਦੇ ਵਿੱਚ, ਉਹਨੂੰ ਕਹਿੰਦਾ ਹੈ यदि अभी तू चुप रहेगी तो यहूदियों के लिए सहायता और मुक्ति को कहीं और से भी आ जाएगी, किंतु तू तेरे परिवार वालों के साथ मार डाली जाएगी। और कौन जानता है कि तू किसी ऐसे ही समय के लिए महारानी बनाई गई हो जैसा समय यह है। ਉਹਨੂੰ ਕਹਿੰਦਾ ਆ ਕਿ ਜੇ ਤੂੰ ਚੁੱਪ ਰਹੇਂਗੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਵੀ ਜਿਹੜੇ ਯਹੂਦੀ ਨੇ ਉਹ ਬਚ ਜਾਣਗੇ। ਪਰਮੇਸ਼ਰ, ਜੇ ਆਪਾਂ ਚੁੱਪ ਰਹਾਂਗੇ, ਪਰਮੇਸ਼ਰ ਕਿਸੇ ਹੋਰ ਨੂੰ, ਜੇ ਆਪਾਂ ਆਪਣੀ ਜਿਹੜੀ ਬੋਟ ਆ, ਆਪਣੀ ਜਿਹੜੀ ਕਿਸ਼ਤੀ ਆ, ਜੇ ਉਹ ਆਪਾਂ ਪਰਮੇਸ਼ਰ ਨੂੰ ਨਹੀਂ ਲੈਂਡ ਕਰ ਰਹੇ, ਜਾਂ ਜਿਹੜੀ ਲੈਂਡ ਵੀ ਕੀ ਕਰਨੀ, ਉਹ ਕਿਸ਼ਤੀ ਤਾਂ ਪਰਮੇਸ਼ਵਰ ਦੀ ਹੋਈ ਆ, ਉਹਦੀ ਨੇਚਰ ਤੋਂ ਉਹਨੇ ਕ੍ਰੀਏਸ਼ਨ ਜਿਹੜੀ ਬਣਾਈ ਆਪਾਂ ਆਪਣੀ ਸਮਝ ਲੈਂਦੇ ਆ, ਹੈ ਨਾ। ਤੇ ਉਹ ਜੇ ਆਪਾਂ ਇਹ ਜਾਨ ਆ ਜਿਹੜੀ, ਇਹ ਆਪਾਂ ਆਪਣੀ ਸਮਝ ਲੈਂਦੇ ਆ, ਪਰਮੇਸ਼ਵਰ ਦੀ ਦਿੱਤੀ ਆ, ਪਰਮੇਸ਼ਵਰ ਦੀ ਬਣਾਈ ਆ। ਇਹ ਸਾਹ ਆਪਣੇ ਨਹੀਂਗੇ, ਪਰਮੇਸ਼ਵਰ ਨੇ ਦਿੱਤੇ ਨੇ। ਤੇ ਜੇ ਆਪਾਂ ਉਹ ਨਾ ਲੈਂਡ ਕਰਾਂਗੇ ਤਾਂ ਪਰਮੇਸ਼ਵਰ ਨੂੰ ਕੋਈ ਕਮੀ ਨਹੀਂਗੀ, ਉਹ ਤਾਂ ਬਰਕਤ ਆ ਆਪਣੀ, ਕਿ ਆਪਾਂ ਜੇ ਆਪਣੀ ਬੋਟ ਪਰਮੇਸ਼ਵਰ ਨੂੰ ਦਿੰਨੇ ਆ ਤਾਂ ਉਸ ਬੋਟ ਤੇ ਪਰਮੇਸ਼ਵਰ ਦੀਆਂ ਹੀ ਬਰਕਤਾਂ ਹੁੰਦੀਆਂ ਨੇ। ਆਮੇਨ ਹਾਲੇਲੂਇਆ। ਤੇ ਉਹ ਕਹਿੰਦਾ ਆ ਉਹਨੂੰ ਕਿ ਜੇ ਤੂੰ ਚੁੱਪ ਰਹੇਂਗੀ ਤਾਂ ਪੱਥਰ ਬੋਲ ਉੱਠਣਗੇ, ਜੇ ਤੂੰ ਚੁੱਪ ਰਹੇਂਗੀ ਤਾਂ ਕਿਤੋਂ ਨਾ ਕਿਤੋਂ ਯਹੂਦੀ ਜਿਹੜੇ ਕੌਮ ਹੈਗੀ ਆ ਉਹ ਬਚਾਈ ਜਾਵੇਗੀ, ਪਰ ਤੇਰਾ ਨਾਸ਼ ਹੋ ਸਕਦਾ ਆ, ਹੈ ਨਾ। ਤੇ ਉਸ ਤੋਂ ਬਾਅਦ ਉਹ ਕਹਿੰਦਾ ਹੈ ਕੀ ਪਤਾ ਕਿ ਐਸੇ ਦਿਨ ਦੇ ਲਈ ਤੈਨੂੰ ਪਰਮੇਸ਼ਵਰ ਨੇ ਉੱਥੇ ਦੀ ਰਾਣੀ ਬਣਾਇਆ ਹੋਵੇ, ਐਸੇ ਦਿਨ ਦੇ ਲਈ। ਹੁਣ ਆਪਾਂ ਜੇ ਸੋਚੀਏ ਇਸ ਸਿਚੁਏਸ਼ਨ ਨੂੰ, ਸ਼ਾਇਦ ਜਿਸ ਪਰਿਵਾਰ, ਜਿਸ ਘਰਾਣੇ ਦੇ ਵਿੱਚ ਆਪਾਂ ਅੱਜ ਹੈਗੇ ਆ, ਜਿਸ ਕਮਿਊਨਿਟੀ ਦੇ ਵਿੱਚ ਆਪਾਂ ਅੱਜ ਹੈਗੇ ਆ, ਤੇ ਉੱਥੇ ਬਹੁਤ ਲੋਕ ਪਰਮੇਸ਼ਰ ਨੂੰ ਨਹੀਂ ਜਾਣ ਰਹੇ। ਕੀ ਪਤਾ ਪਰਮੇਸ਼ਰ ਨੇ ਆਪਾਂ ਨੂੰ ਉਸੇ ਦਿਨ ਦੇ ਲਈ ਉੱਥੇ ਦਾ ਸਿਟੀਜ਼ਨ ਬਣਾਇਆ ਹੋਵੇ। ਜੇ ਆਪਾਂ ਕੈਨੇਡਾ 'ਚ ਹੈਗੇ ਆ, ਕੀ ਪਤਾ ਪਰਮੇਸ਼ਰ ਨੇ ਆਪਾਂ ਨੂੰ ਐਸੇ ਲਈ ਇਸ ਦੇਸ਼ ਦਾ ਸਿਟੀਜ਼ਨ ਬਣਾਇਆ ਆ, ਤਾਂ ਕਰਕੇ ਆਪਾਂ ਮੁਕਤੀ ਦਾ ਪ੍ਰਚਾਰ ਕਰੀਏ। ਸ਼ਾਇਦ
ਆਪਾਂ ਆਪਣੇ ਘਰਾਣੇ 'ਚ ਹੋਰ ਕੋਈ ਪਰਮੇਸ਼ਰ ਨੂੰ ਨਹੀਂ ਜਾਣਦਾ, ਪਰ ਆਪਾਂ ਇਸ ਘਰਾਣੇ 'ਚ ਤਾਂ ਹੀ ਪਾਏ ਗਏ ਆ ਕਿ ਆਪਾਂ ਪਰਮੇਸ਼ਵਰ ਦੇ ਅੱਗੇ ਦੁਆਵਾਂ ਕਰੀਏ ਤੇ ਉਸ ਇੱਕ ਮਿੰਟ ਨੂੰ, ਉਸ ਇੱਕ ਪਲ ਨੂੰ ਉਡੀਕੀਏ ਜਦੋਂ ਪਰਮੇਸ਼ਵਰ ਨੇ ਆਪਣੇ ਅੰਦਰ ਗੱਲ ਕੀਤੀ ਤੇ ਆਪਾਂ ਪਰਮੇਸ਼ਵਰ ਦੀ ਜਿਹੜੀ ਮੁਕਤੀ ਆ ਉਹ ਦੇਖਾਂਗੇ ਆਪਣੇ ਘਰਾਣੇ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ। ਆਮੇਨ। ਤੇ ਇਹ ਦੇਖੋ, ਇਹ ਸਿਰਫ ਇਦਾਂ ਈਜ਼ੀਲੀ ਨਹੀਂ ਸੀ ਇਦਾਂ ਹੋਇਆ, ਇਹਦੇ ਵਿੱਚ ਵੀ ਕਾਰਪੋਰੇਟ ਅਨੋਇੰਟਿੰਗ ਆ ਜਿਹੜੀ। ਜਦੋਂ ਰਾਣੀ ਨੂੰ ਇਹ ਸਾਰਾ ਕੁਝ ਪਤਾ ਲੱਗਿਆ ਸੀ ਤੇ ਉਹਨੇ ਕੀ ਕਿਹਾ, ਉਹਨੇ ਕਿਹਾ ਠੀਕ ਆ ਮੈਂ ਰਾਜੇ ਕੋਲੇ ਜਾਊਂਗੀ, ਭਾਵੇਂ ਮੈਨੂੰ ਬੁਲਾਇਆ ਨਹੀਂ ਗਿਆ। ਸਭ ਨੂੰ ਪਤਾ ਆ ਕਿ ਜੇ ਰਾਜੇ ਨੂੰ ਦੇ ਕੋਲੇ ਬਿਨ ਬੁਲਾਏ ਜਾਓ ਤਾਂ ਮੌਤ ਵੀ ਆ ਸਕਦੀ ਆ, ਪਰ ਮੈਂ ਮੌਤ ਦੀ ਪਰਵਾਹ ਨਹੀਂ ਕਰੂੰਗੀ, ਮੈਂ ਜਾਊਂਗੀ ਤੇ ਭਾਵੇਂ ਮੈਨੂੰ ਮਾਰ ਹੀ ਦਿੱਤਾ ਜਾਵੇ। ਉਹਨੇ ਆਹ ਕਿਹਾ, ਦਿਸ ਇਜ਼ ਦ ਸਟੈਪ ਆਫ ਫੇਥ। ਉਹਨੇ ਫੇਥ ਦੇ ਨਾਲ ਕਦਮ ਚੱਕਿਆ, ਨਿਸ਼ਚਾ ਦੇ ਨਾਲ ਇਹ ਕਦਮ ਚੱਕਿਆ ਤੇ ਉਹਨੇ ਜਾ ਕੇ ਰਾਜੇ ਦੇ ਨਾਲ ਮੰਨੀ ਕਿ ਗੱਲ ਕਰੂਗੀ। ਪਰ ਉਸ ਤੋਂ ਪਹਿਲਾਂ ਕਹਿੰਦੀ ਆ ਮੋਰਦੇਕਾਈ, ਪਰ ਤੁਸੀਂ ਸਾਰੇ ਜਾਣੇ 3 ਦਿਨਾਂ ਦੇ ਲਈ, 3 ਰਾਤਾਂ ਦੇ ਲਈ ਫਾਸਟਿੰਗ ਦੇ ਵਿੱਚ ਚਲੇ ਜਾਓ। ਦੁਆ ਸਾਰੇ ਕਰ ਰਹੇ ਨੇ, ਫਾਸਟਿੰਗ ਕਰ ਰਹੇ ਨੇ, ਤੇ ਮੈਂ ਵੀ ਆਪਣੇ ਲੋਕਾਂ ਦੇ ਨਾਲ ਮਹਿਲ ਦੇ ਵਿੱਚ ਫਾਸਟਿੰਗ ਦੇ ਵਿੱਚ ਜਾਨੀ ਆ, ਹੈ ਨਾ। ਉਹ ਜਿਹੜੀ ਫਾਸਟਿੰਗ, ਉਹ ਜਿਹੜਾ ਸਾਰਾ ਕੁਝ ਮਾਹੌਲ ਤਿਆਰ ਹੋਇਆ, ਪਵਿੱਤਰ ਆਤਮਾ ਕੰਮ ਕਰਦਾ ਆ ਇਦਾਂ, ਤੇ ਪਰਮੇਸ਼ਵਰ ਦਾ ਵਚਨ ਆ ਜਿਹੜਾ ਉਹ ਡਿਲੀਵਰ ਹੁੰਦਾ ਆ, ਟੈਸਟਮੋਨੀਆਂ ਕੰਮ ਕਰਦੀਆਂ ਨੇ ਜਦੋਂ ਆਪਾਂ ਕਾਰਪੋਰੇਟ ਅਨੋਇੰਟਿੰਗ ਦੇ ਅੰਡਰ ਕੰਮ ਕਰਦੇ ਆ। ਹੋਰ ਤਾਂ ਹੋਰ ਜਦੋਂ ਸਾਰਾ ਕੁਝ ਹੋ ਵੀ ਗਿਆ, ਅੱਗੇ ਜਾ ਕੇ ਵੀ ਆਪਾਂ ਨੂੰ ਪਤਾ ਆ ਵੀ ਐਸਟਰ ਦੀ ਕਿਤਾਬ ਦੇ ਵਿੱਚ ਪਰਮੇਸ਼ਵਰ ਦਾ ਹੱਥ ਹਰ ਇੱਕ ਵਚਨ ਦੇ ਵਿੱਚ ਨਜ਼ਰ ਆਉਂਦਾ ਆ ਇਹਦੇ ਵਿੱਚ। ਤੇ ਅੱਗੇ ਜਾ ਕੇ ਵੀ ਜਦੋਂ ਉਹ ਜਾਂਦੀ ਆ ਰਾਜਾ ਕੋਲੇ, ਉਹ ਕਹਿੰਦੀ ਆ ਵੀ ਇਦਾਂ ਕਰਕੇ ਮੈਂ ਤੈਨੂੰ ਤੇ ਹਮਾਨ ਨੂੰ ਇਨਵਾਈਟ ਕਰ ਰਹੀ ਆ ਇੱਕ ਬੈਂਕੁਏਟ ਤੇ, ਇੱਕ ਖਾਣੇ ਤੇ ਰਾਜਾ ਕਹਿੰਦਾ ਬਿਲਕੁਲ ਸ਼ੋਰ, ਤੇ ਉਹ ਹਨਾਨ ਵੀ ਇੰਨਾ ਖੁਸ਼ ਹੋ ਜਾਂਦਾ ਕਿ ਮੈਂ ਸੋ ਸਪੈਸ਼ਲ ਹੋ ਗਿਆ ਆ। ਤੇ ਉਹ ਜਦੋਂ ਜਾਂਦੇ ਨੇ ਉੱਥੇ, ਉਦੋਂ ਪਤਾ ਨਹੀਂ ਉਹਦੇ ਚ ਲਿਖਿਆ ਹੋਇਆ ਵੀ ਉਹ ਰਾਜਾ ਉਹਨੂੰ ਕਹਿੰਦਾ ਹੈ ਵੀ ਹਾਂ ਤੂੰ ਫੇਰ ਮੰਗ, ਕੀ ਮੰਗਣਾ। ਦੁਬਾਰਾ ਉਹਨੂੰ ਕਹਿੰਦਾ ਆ ਵੀ ਤੂੰ ਅੱਧੀ ਕਿੰਗਡਮ ਤੱਕ ਤੂੰ ਲੈ ਸਕਦੀ ਆ। ਪਰ ਉਹਦੇ ਦਿਮਾਗ 'ਚ ਕੀ ਆਉਂਦੀ ਹੋਊਗੀ, ਉਹਨੇ ਉਦੋਂ ਬੈਂਕੁਏਟ ਦੀ ਤਿਆਰੀ ਨਹੀਂ, ਉਦੋਂ ਉਹਨੇ ਫੇਰ ਕਿਹਾ ਵੀ ਜੇ ਤੁਸੀਂ ਕੱਲ ਨੂੰ ਆ ਸਕਦੇ ਹੋ ਬੈਂਕੁਏਟ। ਮੈਂ ਕਹਿੰਦੀ ਆ ਕਈ ਵਾਰੀ ਪਵਿੱਤਰ ਆਤਮਾ ਇਦਾਂ ਹੀ ਆਪਣੇ ਨਾਲ ਕੰਮ ਕਰਦਾ ਹੈ, ਉਹ ਆਪਾਂ ਨੂੰ ਦੱਸਦਾ ਆ ਵੀ ਆਹ ਰਾਈਟ ਮੂਮੈਂਟ ਨਹੀਂ ਆਹ ਕੰਮ ਕਰਨ ਨੂੰ, ਵੇਟ ਕਰ ਵੇਟ ਕਰ ਵੇਟ ਕਰ, ਹੈ ਨਾ। ਕਈ ਵਾਰੀ ਆਪਣੇ ਪਾਸਟਰ ਜੀ ਵੀ ਕਹਿੰਦੇ ਹੁੰਦੇ ਨੇ ਆਪਾਂ ਨੂੰ ਕਿ ਬੋਲੀਏ ਘੱਟ ਸੁਣੀਏ ਜ਼ਿਆਦਾ, ਹੈ ਨਾ। ਸੁਣੀਏ ਜ਼ਿਆਦਾ ਕਿ ਪਵਿੱਤਰ ਆਤਮਾ ਆਪਾਂ ਨੂੰ ਕੀ ਕਹਿ ਰਿਹਾ ਹੈ। ਉਹ ਕਹਿੰਦੀ ਆ ਵੀ ਜੇ ਤੁਸੀਂ ਦੋਨੋਂ ਜਾਣੇ ਕੱਲ ਨੂੰ ਆ ਸਕਦੇ ਹੋ। ਹੁਣ ਅੱਜ ਤੇ ਕੱਲ ਦੇ ਵਿੱਚ ਕੀ ਫਰਕ ਆ, ਜ਼ਮੀਨ ਅਸਮਾਨ ਦਾ ਫਰਕ ਹੋ ਗਿਆ ਉੱਥੇ ਅੱਜ ਤੇ ਕੱਲ ਦੇ ਵਿੱਚ। ਕਿੱਥੇ ਤਾਂ ਸਾਰੀ ਯਹੂਦੀ ਕੌਮ ਨੂੰ ਖਤਮ ਕਰ ਦੇਣਾ ਸੀਗਾ ਉਹ ਅਗਲੇ ਦਿਨ ਨੂੰ ਹੀ, ਤੇ ਕਿੱਥੇ ਪਰਮੇਸ਼ਵਰ ਨੇ, ਪਵਿੱਤਰ ਆਤਮਾ ਨੇ ਰਾਤੋਂ ਰਾਤ ਕੰਮ ਕਰ ਦਿੱਤਾ, ਰਾਤੋਂ ਰਾਤ ਇਹੋ ਜਿਹਾ ਚੱਕਰ ਚਲਾਇਆ। ਰਾਤ ਨੂੰ ਜਦੋਂ ਰਾਜਾ ਪੈਂਦਾ ਆ, ਉਹਨੂੰ ਨੀਂਦ ਨਹੀਂ ਆਉਂਦੀ, ਤਾਂ ਉਹ ਆਪਣੇ ਜਿੱਦਾਂ ਕਹਿ ਲਓ ਵੀ ਆਪਣੀ ਲਾਇਬ੍ਰੇਰੀ ਚੋਂ ਇਤਿਹਾਸ ਦੀਆਂ ਕਿਤਾਬਾਂ, ਕ੍ਰੋਨਿਕਲਸ ਦੀਆਂ ਕਿਤਾਬਾਂ ਮੰਗਵਾਉਂਦਾ ਆ ਤੇ ਕਹਿੰਦਾ ਆ ਵੀ ਕਿਸੇ ਨੂੰ ਕਹਿੰਦਾ ਵੀ ਮੇਰੇ ਲਈ ਪੜ੍ਹੋ। ਸ਼ਾਇਦ ਜਿੱਦਾਂ ਆਪਾਂ ਬੱਚਿਆਂ ਨੂੰ ਨਹੀਂ ਬੈੱਡ ਟਾਈਮ ਸਟੋਰੀ ਸੁਣਾਉਂਦੇ ਹੁੰਦੇ ਵੀ ਹਾਂ ਵੀ ਸਟੋਰੀ ਸੁਣਾਉਂਦੇ ਫਿਰ ਬੱਚੇ ਸੌਂ ਜਾਂਦੇ ਨੇ, ਬੱਚਿਆਂ ਨੂੰ ਨੀਂਦ ਆ ਜਾਂਦੀ ਆ। ਤੇ ਉਹ ਜਦੋਂ ਬੰਦਾ ਪੜ੍ਹਨ ਲੱਗਿਆ, ਹਰ ਚੀਜ਼ ਦੇ ਵਿੱਚ ਪਰਮੇਸ਼ਵਰ ਦਾ ਹੱਥ ਨਜ਼ਰ ਆ ਰਿਹਾ ਆ, ਹਰ ਇੱਕ ਚੀਜ਼ ਦੇ ਵਿੱਚ। ਜਦੋਂ ਉਹ ਬੰਦਾ ਪੜ੍ਹਨ ਲੱਗਿਆ, ਜਦੋਂ ਉਹਨੇ ਪੋਥੀ ਖੋਲੀ ਪੜ੍ਹਨ ਦੇ ਲਈ, ਉਹ ਕੀ ਪੜ੍ਹਦਾ ਆ, ਉਹ ਚੀਜ਼ ਪੜ੍ਹਦਾ ਆ ਜਦੋਂ ਕਿੰਨਾ ਚਿਰ ਪਹਿਲਾਂ ਜਿਹੜਾ ਮੋਰਦੇਕਾਈ ਸੀਗਾ, ਉਸ ਨੇ ਰਾਜੇ ਨੂੰ 2 ਜਿਹੜੇ ਲੋਕ ਪਲੈਨਿੰਗ ਕਰ ਰਹੇ ਸੀ ਰਾਜੇ ਨੂੰ ਮਾਰਨ ਦੀ, ਉਹਨਾਂ ਦੀ ਖਬਰ ਰਾਜੇ ਤੱਕ ਪਹੁੰਚਾਈ ਸੀਗੀ ਤੇ ਰਾਜੇ ਦੀ ਜਾਨ ਬਚਾਈ ਸੀ। ਜਦੋਂ ਰਾਜੇ ਨੇ ਉਹ ਸੁਣਿਆ ਤੇ ਰਾਜੇ ਨੇ ਇੱਕਦਮ ਕਿਹਾ ਇਸ ਮੋਰਦੇਕਾਈ ਨੂੰ ਇਸ ਵਫਾਦਾਰੀ ਦਾ ਇਨਾਮ ਦਿੱਤਾ ਗਿਆ ਕਿ ਨਹੀਂ। ਤੇ ਉਹ ਲੋਕ ਕਹਿੰਦੇ ਨਹੀਂ, ਕੁਝ ਵੀ ਨਹੀਂ ਕੀਤਾ ਗਿਆ ਉਹਦੇ ਲਈ, ਹੈ ਨਾ। ਤੇ ਫਿਰ ਚਲੋ ਜੀ ਹੋ ਗਈ ਰਾਤ ਖਤਮ, ਸ਼ਾਇਦ ਉਹਨੂੰ ਨੀਂਦ ਵੀ ਆ ਗਈ। ਜਦੋਂ ਸਵੇਰੇ ਉੱਠਦੇ ਹੀ ਜਿਹੜਾ ਹਮਾਨ ਆ ਉਹ ਪਹੁੰਚਿਆ ਰਾਜ ਘਰਾਣੇ ਦੇ ਵਿੱਚ ਰਾਜੇ ਦੇ ਨਾਲ ਗੱਲ ਕਰਨ। ਉਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਆ, ਰਾਜਾ ਉਹਨੂੰ ਕਹਿੰਦਾ ਆ ਕਿ ਜੇ ਕੋਈ ਬੰਦਾ ਮੈਨੂੰ ਬਹੁਤ ਪਸੰਦ ਆਵੇ, ਵਫਾਦਾਰੀ ਦੇ ਨਾਲ ਮੇਰੇ ਨਾਲ ਪੇਸ਼ ਹੋਇਆ ਹੋਵੇ, ਤੇ ਉਸ ਬੰਦੇ ਨੂੰ ਕੀ ਇਨਾਮ ਦੇਣਾ ਚਾਹੀਦਾ, ਕੀ ਕਰਨਾ ਚਾਹੀਦਾ ਉਹਦੇ ਲਈ। ਤੇ ਹਮਾਨ ਨੇ ਤਾਂ ਸੋਚਿਆ ਵੀ ਵਾਓ, ਇਹ ਤਾਂ ਮੇਰੀ ਹੋਈ ਗੱਲ ਕਰ ਰਹੇ ਨੇ ਵੀ ਮੇਰੇ ਤੋਂ ਬਾਅਦ ਕਿ ਇਹਨਾਂ ਦੇ ਲਈ ਹੋਰ ਕੌਣ ਆ, ਹੈ ਨਾ। ਤੇ ਉਹ ਸਾਰਾ ਕੁਝ ਦੱਸਦਾ ਆ ਵੀ ਉਹਨੂੰ ਰਾਜ ਘਰਾਣੇ ਦਾ ਰੋਬ ਇੱਕ ਪਾਇਆ ਜਾਵੇ, ਘੋੜੇ ਤੇ ਸੋਹਣੇ ਤੇ ਬਿਠਾ ਕੇ ਪੂਰੇ ਸ਼ਹਿਰ ਦੇ ਵਿੱਚ ਘੁਮਾਇਆ ਜਾਵੇ, ਕੋਈ ਸਪੈਸ਼ਲ ਬੰਦਾ ਮੂਹਰੋਂ ਲੈ ਕੇ ਜਾਵੇ
ਤੇ ਹੋਕੇ ਦਿੱਤੇ ਜਾਣ ਕਿ ਜੋ ਕੋਈ ਰਾਜੇ ਨੂੰ ਪਸੰਦ ਆਉਂਦਾ, ਭੌਂਦਾ ਆ, ਵਫਾਦਾਰ ਆ, ਉਹਦੇ ਲਈ ਐਦਾਂ ਰਾਜਾ ਜਿਹੜਾ ਆ ਆਹ ਟ੍ਰੀਟਮੈਂਟ ਕਰਦਾ ਆ। ਮਤਲਬ ਉਹਨੇ ਪੂਰਾ ਐਸ ਮਾਰ ਕੇ ਦੱਸਿਆ ਤੇ ਰਾਜੇ ਨੇ ਉਹਨੂੰ ਕੀ ਕਿਹਾ, ਠੀਕ ਆ ਫਿਰ ਤੂੰ ਜਾ ਕੇ ਮੋਰਦੇਖਾਈ ਨੂੰ ਆ ਸਾਰੀ ਟ੍ਰੀਟਮੈਂਟ ਦੇ। ਮਤਲਬ ਵੀ ਹਮਾਨ ਦੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੋਣੀ ਹੈ ਨਾ, ਵੀ ਇਹ ਕੀ ਹੋ ਗਿਆ, ਉਹਨੂੰ ਤਾਂ ਆਪਦੀ ਗੱਲ ਕਹਿਣ ਦਾ ਮੌਕਾ ਵੀ ਨਹੀਂ ਮਿਲਿਆ ਹੈ। ਤੇ ਉਹ ਕਹਿੰਦਾ ਵੀ ਠੀਕ ਆ ਤੂੰ ਆਹ ਸਾਰਾ ਕੁਝ ਜਾ ਕੇ ਕਰ। ਤੇ ਦੇਖੋ ਹੋਰ ਤਾਂ ਕਿੱਥੇ, ਇੱਕ ਦਿਨ ਪਹਿਲਾਂ ਜੂਇਸ਼ ਕੌਮ ਉੱਥੇ ਖਤਮ ਹੋਣ ਵਾਲੀ ਹੈ ਤੇ ਦੂਜੇ ਦਿਨ ਪਹਿਲਾਂ ਉਹ ਰਾਜੇ ਦੇ ਨੈਕਸਟ, ਜਿੱਦਾਂ ਕਹਿ ਲਓ ਵੀ ਨੈਕਸਟ ਟੂ ਰਾਜਾ ਬੈਠਣ ਜੋਗਾ ਹੋਇਆ ਮੁਰਦੇਖਾਈ। ਦੇਖੋ ਪਰਮੇਸ਼ਵਰ ਇਹ ਜਿਹੜੀ ਕੋਰਪੋਰੇਟ ਅਨੋਇੰਟਿੰਗ ਨੇ ਕੰਮ ਸ਼ੁਰੂ ਕੀਤਾ, ਕਿੱਦਾਂ ਜਿਹੜੀ ਐਸਟਰ ਹੈਗੀ ਆ ਉਹਦੇ ਨਾਲ ਪਵਿੱਤਰ ਆਤਮਾ ਦਾ ਹੀ ਚੱਕਰ, ਇੱਥੇ ਸਾਰਾ ਕੁਝ ਇੱਦਾਂ ਹੀ। ਜਦੋਂ ਵੀ ਆਪਣਾ ਭਾਵੇਂ ਇੱਦਾਂ ਲੱਗੇ ਵੀ ਸਾਰਾ ਕੁਝ ਖਤਮ ਹੋ ਗਿਆ, ਹੁਣ ਤਾਂ ਕੋਈ ਗੱਲ ਨਹੀਂ ਬਣਨੀ ਨਾ, ਇੱਕ ਦਿਨ ਤੋਂ ਅਗਲੇ ਦਿਨ ਤੱਕ ਜ਼ਮੀਨ ਅਸਮਾਨ ਦਾ ਫਰਕ ਆ। ਬਹੁਤ ਕੁਝ ਬਦਲ ਸਕਦਾ ਆ ਜੇ ਆਪਾਂ ਦੁਆਵਾਂ ਦੇ ਵਿੱਚ ਬੈਠੀਏ, ਵਰਤ ਦੇ ਵਿੱਚ ਬੈਠੀਏ, ਪਰਮੇਸ਼ਵਰ ਦੇ ਅੱਗੇ ਗੋਡੀਆਂ ਲਾਈਏ, ਆਪਣੇ ਦਿਲਾਂ ਨੂੰ ਸਾਫ਼ ਕਰੀਏ ਤੇ ਪਰਮੇਸ਼ਵਰ ਕੀ ਕੁਝ ਨਹੀਂ ਕਰ ਸਕਦਾ। ਆਮੇਨ, ਹਾਲੇਲੂਇਆ। ਤੇ ਇਹ ਫੇਥ ਰੱਖੀਏ ਕਿ ਹਾਂਜੀ ਅਸੀਂ ਬਾਏ ਫੇਥ ਬੋਲਾਂਗੇ। ਉਹ ਕਹਿੰਦੀ ਭਾਵੇਂ ਮੈਨੂੰ ਮਾਰ ਵੀ ਦਿੱਤਾ ਜਾਵੇ, ਮੈਂ ਜਾ ਕੇ ਰਾਜੇ ਦੇ ਨਾਲ ਇਹ ਗੱਲ ਕਰੂੰਗੀ ਕਿ ਜੋ ਵੀ ਕੁਝ ਹੋਇਆ ਹੈ ਨਾ। ਤੇ ਆਪਾਂ ਨੇਚਾ ਰੱਖੀਏ, ਮੂੰਹ ਖੋਲੀਏ, ਪਰਮੇਸ਼ਵਰ ਦਾ ਵਚਨ ਪ੍ਰਚਾਰ ਕਰੀਏ। ਪਰਮੇਸ਼ਵਰ ਨੇ ਅੱਜ ਆਪਾਂ ਨੂੰ ਇੱਥੇ ਸ਼ਾਇਦ ਤਾਂ ਹੀ ਲਿਆਂਦਾ ਆ ਤਾਂ ਕਰਕੇ ਪਰਮੇਸ਼ਵਰ ਦਾ ਜਿਹੜਾ ਵਚਨ ਆ ਉਹ ਦੂਰ ਦੂਰ ਤੱਕ ਪਹੁੰਚ ਸਕੇ। ਅੱਜ ਕੱਲ ਤਾਂ ਆਹ ਸੋਸ਼ਲ ਮੀਡੀਆ ਦੇ ਰਾਹੀਂ ਕਿੰਨੀ ਦੂਰ ਦੂਰ ਤੱਕ ਇਹ ਲਿਟਰਲੀ ਹੋ ਰਿਹਾ ਆ ਕਿ ਦੁਨੀਆ ਦੇ ਐਂਡ ਤੱਕ ਪਰਮੇਸ਼ਵਰ ਦਾ ਵਚਨ ਪਹੁੰਚ ਸਕਦਾ ਹੈ। ਮੈਨ ਤੇ ਮੈਂ ਅੱਜ ਇਹੀ ਇਨਕਰੇਜ ਕਰੂੰਗੀ ਸਾਰਿਆਂ ਨੂੰ ਕਿ ਇੱਕ ਦੂਜੇ ਨੂੰ ਇਨਕਰੇਜ ਕਰਦੇ ਰਹੀਏ, ਇੱਕ ਦੂਜੇ ਲਈ ਦੁਆਵਾਂ ਕਰਦੇ ਰਹੀਏ, ਇੱਕ ਦੂਜੇ ਨੂੰ ਇਨਕਰੇਜ ਕਰੀਏ ਕਿ ਪਰਮੇਸ਼ਰ ਦਾ ਵਚਨ ਸ਼ੇਅਰ ਕੀਤਾ ਜਾਵੇ, ਟੈਸਟਮਨੀਆਂ ਸ਼ੇਅਰ ਕੀਤੀਆਂ ਜਾਣ। ਆਮੇਨ, ਹਾਲੇਲੂਇਆ। ਅੱਜ ਦਾ ਮੈਂ ਵਚਨ ਇੱਥੇ ਹੀ ਸਮਾਪਤ ਕਰਦੇ ਹਾਂ। ਤਾਂ ਅੱਗੇ ਵੀ ਹੋਰ ਕਿੰਨਾ ਕੁਛ ਆਪਾਂ ਜਾ ਸਕਦੇ ਹਾਂ। ਪਰਮੇਸ਼ਰ ਦਾ ਵਚਨ ਆ ਜਿਹੜਾ ਉਹ ਤਾਂ ਇੰਨਾ ਡੂੰਘਾ ਸਮੁੰਦਰ ਆ ਕਿ ਕਦੇ ਮੁੱਕਦਾ ਹੀ ਨਹੀਂਗਾ। ਆਮੇਨ, ਪਰਮੇਸ਼ਵਰ ਦਾ ਹੀ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਹੀ ਆਪਾਂ ਇੱਕ ਦੁਆ ਦੇ ਨਾਲ ਅੱਜ ਦੀ ਇਸ ਮੀਟਿੰਗ ਨੂੰ ਖਤਮ ਕਰਦੇ ਹਾਂ ਤੇ ਅਗਲੇ ਹਫਤੇ ਫੇਰ ਮਿਲਾਂਗੇ। ਆਮੇਨ, ਹਾਲੇਲੂਇਆ। ਪਰਮੇਸ਼ਵਰ ਤੇਰਾ ਹੀ ਧੰਨਵਾਦ ਕਰਦੇ ਹਾਂ। ਪਰਮੇਸ਼ਵਰ ਅੱਜ ਦੇ ਇਸ ਵਚਨ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਵਰ ਮੈਂ ਧੰਨਵਾਦ ਕਰਦੀ ਹਾਂ ਪਿਤਾ ਪਰਮੇਸ਼ਵਰ ਕਿ ਜਦੋਂ ਵੀ ਤੇਰਾ ਵਚਨ ਪ੍ਰਚਾਰ ਕੀਤਾ ਜਾਂਦਾ ਆ ਤਾਂ ਤੂੰ ਹਮੇਸ਼ਾ ਬੈਕਅਪ ਹੁੰਦਾ ਆ, ਤੂੰ ਹਮੇਸ਼ਾ ਬੈਕ ਇਟ ਅਪ, ਤੂੰ ਸਾਥ ਦਿੰਦਾ ਆ, ਤੂੰ ਹਮੇਸ਼ਾ ਪੂਰੀ ਤਰ੍ਹਾਂ ਦੇ ਨਾਲ ਖੜਾ ਹੁੰਦਾ ਆ। ਪਰਮੇਸ਼ਵਰ ਪਵਿੱਤਰ ਆਤਮਾ ਤੇਰੀ ਹਜ਼ੂਰੀ, ਤੇਰੀ ਅਨੋਇੰਟਿੰਗ ਦਾ ਧੰਨਵਾਦ ਕਰਦੇ ਹਾਂ, ਕੋਰਪੋਰੇਟ ਅਨੋਇੰਟਿੰਗ ਦਾ ਧੰਨਵਾਦ ਕਰਦੇ ਹਾਂ, ਚਰਚ ਦੇ ਸਾਰੇ ਲੀਡਰਾਂ ਦਾ ਧੰਨਵਾਦ ਕਰਦੇ ਹਾਂ, ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ, ਇੰਟਰਸੈਸ਼ਨ ਟੀਮ ਦਾ ਧੰਨਵਾਦ ਕਰਦੇ ਹਾਂ ਜਿਹੜੇ ਦਿਨ ਰਾਤ ਦੁਆਵਾਂ ਦੇ ਵਿੱਚ ਲੱਗੇ ਹੋਏ ਨੇ ਪਰਮੇਸ਼ਰ, ਤਾਂ ਕਰਕੇ ਜਿਹੜਾ ਤੇਰਾ ਵਚਨ ਆ ਉਹ ਦੂਰ ਦੂਰ ਤੱਕ ਪਹੁੰਚ ਸਕੇ। ਅਸੀਂ ਸ਼ੁਕਰ ਕਰਦੇ ਹਾਂ ਅੱਜ ਤੇਰੀ ਹਜ਼ੂਰੀ ਦਾ ਪਿਤਾ ਪਰਮੇਸ਼ਰ, ਇੱਕ ਸਾਹ ਦਾ ਸ਼ੁਕਰ ਕਰਦੇ ਹਾਂ ਜੋ ਤੂੰ ਸਾਨੂੰ ਦਿੰਨਾ ਆ। ਪਰਮੇਸ਼ਰ ਸਾਡੀ ਮਦਦ ਕਰ ਕਿ ਇੱਕ ਸਾਹ ਨੂੰ ਅਸੀਂ ਐਕਨੋਲੇਜ ਕਰ ਸਕੀਏ, ਇੱਕ ਸਾਹ ਨੂੰ ਅਸੀਂ ਤੇਰੇ ਲਈ ਯੂਜ਼ ਕਰ ਸਕੀਏ। ਤੇਰਾ ਹੀ ਧੰਨਵਾਦ ਕਰਦੇ ਹਾਂ ਪਰਮੇਸ਼ਰ, ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, 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 ਹਾਲੇਲੂਇਆ। ਪਰਮੇਸ਼ਰ ਬਹੁਤ ਬਹੁਤ ਬਰਕਤ ਦੇਵੇ ਸਾਰਿਆਂ ਨੂੰ, ਤੁਹਾਨੂੰ, ਤੁਹਾਡੇ ਘਰਾਣੇ ਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਬੱਚਿਆਂ ਨੂੰ, ਤੇ ਬਹੁਤ ਬਹੁਤ ਤਾਦ ਦੇ ਵਿੱਚ ਯੂਜ਼ ਕਰੇ ਉਹਦੀ ਗਲੋਰੀ ਦੇ ਲਈ। ਆਮੀਨ, ਹਾਲੇਲੂਇਆ।